ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸੁਮਰਤ ਪਰ ਸ੍ਰੀ ਹਰਿ ਰਾਏ ਜੀ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਡਿਠੇ ਮਨ ਧੀਰੀਐ ਕਿਲ ਵੇਖ ਵਹੀਆਂ ਦੂਰੇ। ਕਿਉ ਵਿਸਰੈ ਮਾਉ ਮੈਂ ਜੋ ਰਿਹਾ ਭਰਪੂਰੇ। ਸੋ ਕਿਉ ਵਿਸਰੈ ਮਾਉ ਮੈਂ ਜੋ ਰਿਹਾ ਭਰਪੂਰੇ। ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਈ ਦਾਸ ਕਹਿਓ ਤਰ ਪਾਉ। ਇਹੀ ਆਪ ਕੋ ਸਹਿਜ ਸੁਭਾਉ। ਰਾਜ ਸਮਾਜ ਦਰਬ ਨਹਿ ਹੇਰੋ। ਲਖੋ ਨ ਸਾਕ ਸੰਬੰਧ ਵਡੇਰੋ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत। गुरुदेव जी की महान इनायत का सदका साडे सारियां दे सिर ते मेहरमतमयी रखे हथ का सदका जीवन का अज का दिन भी प्राप्त होया है। और इस नवे दिन दी जो नवे जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी की अथा निवाजिश का सदका सतगुरु जी दे घर विच बैठ के आप जी ने सोदर चौंकी दे कीर्तन हर कीरत हमरी रहरास आरती अरदास ते फिर सदाए बारगाहे खास सतगुरु जी दे हुक्मनामे सरवण कीते हैं।
ਕੁਝ ਸਮਾਂ ਹੋਰ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਅੰਮ੍ਰਿਤ ਜੀਵਨ ਕਥੜੀਆਂ, ਜੀਵਨ ਗਾਥਾਵਾਂ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਪਿਆਰ ਸਹਿਤ ਸਰਵਣ ਕਰਦਿਆਂ ਇਤਨਾ ਆਪ ਨੇ ਸਰਵਣ ਕੀਤਾ ਕਿ ਬਹੁਤ ਹੀ ਭਾਵਨਾ ਵਿੱਚ ਭਿੱਜਿਆ ਹੋਇਆ ਹਿਰਦਾ ਰੋਮ ਰੋਮ ਕਰਕੇ ਸਮਰਪਿਤ ਹਿਰਦਾ ਭਾਈ ਸਾਈਂ ਦਾਸ ਜੀ ਅਤੇ ਉਹਨਾਂ ਦੇ ਸੁਪਤਨੀ ਬੀਬੀ ਰਾਮੋ ਜੀ ਦਿਨ ਰਾਤ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਉਹਨਾਂ ਦੇ ਹਿਰਦੇ ਦੀ ਅਵਸਥਾ ਨੂੰ ਕੋਈ ਮਨੁੱਖ ਬਿਆਨ ਨਹੀਂ ਕਰ ਸਕਦਾ ਵੀ ਕਿਤਨਾ ਉਹਨਾਂ ਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ। ਹਰ ਵੇਲੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ, ਹਾਜ਼ਰ ਦਾ ਮਤਲਬ ਹੈ ਮੌਜੂਦ ਤੇ ਨਾਜ਼ਰ ਦਾ ਮਤਲਬ ਹੈ ਨਜ਼ਰ ਨਾਲ ਦੇਖ ਰਿਹਾ। ਹਾਜ਼ਰ ਤੇ ਨਾਜ਼ਰ। ਪੱਤਰਕਾ ਲਿਖੀ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਹਿਰਦਾ ਆਪ ਜੀ ਦੇ ਦੀਦਾਰ ਲਈ ਤੜਪ ਰਿਹਾ ਹੈ ਤੇ ਮਾਲਵਾ ਦੇਸ਼ ਦੀਆਂ ਬਹੁਤ ਸਾਰੀਆਂ ਸੰਗਤਾਂ ਵੀ ਆਪ ਜੀ ਨੂੰ ਉਡੀਕ ਰਹੀਆਂ ਹਨ। ਸਾਰਿਆਂ ਕੋਲ ਇਤਨੀ ਸਮਰੱਥਾ ਨਹੀਂ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਤੁਹਾਡਾ ਦੀਦਾਰ ਕਰ ਸਕਣ, ਪਰ ਮਹਾਰਾਜ ਆਪ ਦੀ ਇਹ ਸਮਰੱਥਾ ਤੇ ਹੈ। ਜੇ ਕੋਈ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਤੇ ਤੁਸੀਂ ਖੁਦ ਉਸ ਤੱਕ ਪਹੁੰਚ ਜਾਂਦੇ ਹੋ। ਤੁਸੀਂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦੇ ਹੋ। ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਪਈ ਸੇਵ। ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਨ ਜਾਕਾ ਵੱਡ ਪ੍ਰਤਾਪ। ਦੋਖ ਹਮਾਰੇ ਬਖਸ਼ਿਆਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤਿਆਨ ਨਾਨਕ ਬਲਿਹਾਰੀ। ਆਪ ਖੁਦ ਪਹੁੰਚ ਕੇ ਆਪਣੇ ਸੇਵਕਾਂ ਦੀਆਂ ਝੋਲੀਆਂ ਭਰ ਦਿੰਦੇ ਹੋ, ਖੁਦ ਪਹੁੰਚ ਕੇ ਰਾਖੀ ਕਰਦੇ ਹੋ ਤੇ ਸਾਡੀ ਪ੍ਰਾਰਥਨਾ ਸੁਣੋ ਤੇ ਸਾਡੇ ਨਗਰ ਆ ਕੇ ਦੀਦਾਰ ਬਖਸ਼ੋ, ਸਾਡੇ ਘਰ ਚਰਨ ਪਾਓ। ਮਹਾਰਾਜ ਜੀ ਬੇਨਤੀ ਪੱਤਰ ਪੜ੍ਹ ਕੇ ਸਾਰਾ ਪਰਿਵਾਰ, ਸਾਰੀ ਸੈਨਾ, ਸਿੱਖ ਸੰਗਤਾਂ ਨੂੰ ਨਾਲ ਲੈ ਕੇ ਤੇ ਪਧਾਰੇ ਭਾਈ ਕੀ ਡਰੌਲੀ ਵਿਖੇ। ਸਾਈਂ ਦਾਸ ਜੀ ਨੇ ਬਹੁਤ ਸਤਿਕਾਰ ਕੀਤਾ, ਭੋਜਨ ਕਰਾਇਆ, ਹੱਥ ਸੁੱਚੇ ਕਰਾਏ ਤੇ ਮਹਾਰਾਜ ਸਾਹਿਬ ਕਹਿਣ ਲੱਗੇ, ਸਾਈਂ ਦਾਸਾ ਤੇਰਾ ਪ੍ਰੇਮ ਸਾਨੂੰ ਖਿੱਚ ਕੇ ਲੈ ਆਇਆ ਹੈ। ਪੁਨ ਰਾਮੇ ਪ੍ਰੀਤੀ ਵੱਡ ਧਾਰੀ
ਅਚ ਦਮੋਦਰੀ ਆਦਿਕ ਸਾਰੀ, ਕਹਿਓ ਗੁਰੂ ਸੁਨ ਸਾਈਂ ਦਾਸ, ਤੋਹੇ ਪ੍ਰੇਮ ਨੇ ਆਨੇ ਪਾਸ। ਸਾਈਂ ਦਾਸ ਤੇਰਾ ਪ੍ਰੇਮ ਸਾਨੂੰ ਖਿੱਚ ਕੇ ਲੈ ਆਇਆ ਹੈ। ਮਹਾਰਾਜ ਸਾਈਂ ਦਾਸ ਕਹਿਣ ਲੱਗੇ, ਮਹਾਰਾਜ ਮੇਰਾ ਤੇ ਤੁਹਾਡਾ ਨਾਮ ਸਾਂਝਾ ਹੈ, ਸਾਡਾ ਦੋਹਾਂ ਦਾ ਇੱਕੋ ਹੀ ਨਾਮ ਹੈ। ਮਹਾਰਾਜ ਕਹਿਣ ਲੱਗੇ ਉਹ ਕਿਸ ਤਰ੍ਹਾਂ? ਤੇ ਭਾਈ ਸਾਈਂ ਦਾਸ ਕਹਿਣ ਲੱਗੇ, ਤੁਸੀਂ ਸਾਈਂ ਤੇ ਮੈਂ ਦਾਸ, ਨਾਮ ਸਾਂਝਾ ਹੋ ਗਿਆ। ਤੇ ਦਾਸ ਸਾਈਂ ਨੂੰ ਕੋਲ ਦੇਖਣਾ ਚਾਹੁੰਦਾ ਹੈ ਤੇ ਸਾਈਂ ਵੀ ਦਾਸ ਨੂੰ ਆਪਣੇ ਕੋਲ ਰੱਖਦਾ ਹੈ। ਇਹ ਤੁਹਾਡੀ ਆਪਣੀ ਕਿਰਪਾ ਹੋਈ, ਤੁਹਾਡਾ ਮੁੱਢ ਕਦੀਮਾਂ ਦਾ ਸੁਭਾਅ ਹੈ। ਤੁਸੀਂ ਸਾਈਂ ਹੋ ਤੇ ਆਪਣੇ ਦਾਸਾਂ ਨੂੰ ਨਿਵਾਜਦੇ ਹੋ। ਤੇ ਨਾਲੇ ਪੰਕਤੀਆਂ ਪੜ੍ਹਦਿਆਂ ਹੋਇਆਂ ਨੇਤਰਾਂ 'ਚ ਉਹਨਾਂ ਦੇ ਜਲ ਵੀ ਜਾਣ ਲੱਗ ਪਿਆ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹੋਂ ਪਾਈ। ਬੜਾ ਪ੍ਰੇਮ ਦਾ ਆਲਮ ਬਣਿਆ ਹੋਇਆ, ਪ੍ਰੇਮ ਬਰਸ ਰਿਹਾ, ਪ੍ਰੇਮ ਦੇ ਸਾਗਰ ਵਿੱਚ ਨੇ। ਤੇ ਫਿਰ ਕਹਿਣ ਲੱਗੇ, ਸਾਈਂ ਦਾਸ ਕਹਿਓ ਧਰ ਪਾਓ, ਇਹੀ ਆਪ ਕੋ ਸਹਿਜ ਸੁਭਾਓ। ਰਾਜ ਸਮਾਜ ਦਰਬ ਨੈ ਹੇਰੋ, ਲਖੋ ਨ ਸਾਕ ਸੰਬੰਧ ਬਡੇਰੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਆਦਿ ਕਾਲ ਤੋਂ ਮੁੱਢ ਕਦੀਮਾਂ ਤੋਂ ਤੁਹਾਡਾ ਇਹੀ ਸੁਭਾਅ ਰਿਹਾ ਹੈ। ਤੁਸੀਂ ਆਪਣੇ ਸੁਭਾਅ ਮੁਤਾਬਕ ਰਾਜਾ ਗਰੀਬ ਅਮੀਰ ਨਹੀਂ ਦੇਖਦੇ, ਰਿਸ਼ਤੇਦਾਰ ਹੈ ਕਿ ਦੂਰ ਦਾ ਹੈ। ਜਹਾਂ ਪ੍ਰੇਮ ਕੋ ਚਿਤ ਹੋ ਗੁਸਾਈ, ਸਭ ਤਿਆਗੋ ਤੈ ਪਹੁੰਚੋ ਜਾਈ। ਜਿੱਥੇ ਆਪ ਨੂੰ ਕੋਈ ਪ੍ਰੇਮ ਨਾਲ ਯਾਦ ਕਰਦਾ ਹੈ, ਆਪ ਉਸ ਪ੍ਰੇਮ ਦੀ ਪਤ ਰੱਖਦੇ ਹੋ। ਇਹ ਨਹੀਂ ਕਿ ਉਹ ਸਾਰਾ ਜੀਵਨ ਤੁਹਾਡੇ ਪ੍ਰੇਮ 'ਚ ਤੜਪਦਾ ਰਹੇ ਤੇ ਤੁਸੀਂ ਜਾਓ ਹੀ ਨਾ। ਤੁਸੀਂ ਆਪ ਮਿਹਰ ਕਰਦੇ ਹੋ, ਆਪ ਬਖਸ਼ਿਸ਼ ਕਰਦੇ ਹੋ। ਫਿਰ ਸਤਿਗੁਰੂ ਜੀ ਸਦਾ ਹੀ ਮੌਜੂਦ ਨੇ। ਸੰਤ ਨਿਧਾਨ ਸਿੰਘ ਜੀ ਮਹਾਂਪੁਰਖ ਹਜ਼ੂਰ ਸਾਹਿਬ ਵਾਲੇ ਜਦ ਬਹੁਤ ਨਿਰਾਸ਼ ਹੋ ਕੇ ਨਾ ਕਈਆਂ ਦੀਆਂ ਗੱਲਾਂ ਵਿਰੋਧ ਵਿੱਚ ਖਾਮਖਾ ਹੋ ਜਾਂਦੀਆਂ ਨੇ ਤੇ ਹਜ਼ੂਰ ਸਾਹਿਬ ਤੋਂ ਚੱਲਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਂਹ ਪਕੜ ਲਈ, ਆਖਿਆ ਤੁਸੀਂ ਕਿੱਥੇ ਜਾਣਾ ਹੈ? ਤੁਹਾਡੇ ਕਰਕੇ ਤਾਂ ਹੋਰ ਸੰਗਤਾਂ ਇੱਥੇ ਜੁੜ ਜਾਣੀਆਂ ਨੇ। ਮਹਾਰਾਜ ਮੇਰੇ ਕੋਲ ਕੁਛ ਨਹੀਂ ਹੈ। ਸਾਹਿਬ ਜੀ ਨੇ ਹੱਥ ਪਕੜ ਕੇ ਆਪਣੀ ਜੇਬ 'ਚ ਪਾ ਲਿਆ ਤੇ ਆਖਿਆ, ਅੱਜ ਤੋਂ ਖੀਸਾ ਆ ਸਾਡਾ ਤੇ ਹੱਥ ਤੁਹਾਡਾ। ਖੀਸਾ ਮੇਰਾ, ਹੱਥ ਤੇਰਾ, ਜਿੰਨਾ ਮਰਜ਼ੀ ਵਰਤੋਂ ਮੁੱਕੇਗਾ ਨਹੀਂ। ਸਾਹਿਬ ਜੀ ਦੀ ਬਾਣੀ ਵਿੱਚ ਵੀ ਬੋਲ ਨੇ, ਖਾਵੈਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਗੁਰੂ ਦੇ ਪ੍ਰੇਮ ਜਿਸ ਹਿਰਦੇ ਵਿੱਚ ਰੰਗ ਲਾਇਆ, ਉਹ ਹਿਰਦਾ ਸੁਭਾਗਾ ਵਡਭਾਗਾ ਬਣ ਗਿਆ। ਉਸ ਵਰਗਾ ਹੋਰ ਕੋਈ ਦਿਖਾਈ ਨਹੀਂ ਪੈਂਦਾ। ਗੁਰੂ ਆਪਣੇ ਸੇਵਕਾਂ ਨੂੰ ਪ੍ਰੇਮ ਵੀ ਬਖਸ਼ਦਾ ਹੈ ਤੇ ਦਿਵ ਦ੍ਰਿਸ਼ਟੀ ਵੀ ਬਖਸ਼ਦਾ ਹੈ। ਉਹਨਾਂ ਨੂੰ ਦੂਰ ਤੱਕ ਦਿਖਾਈ ਵੀ ਪੈਂਦਾ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ ਘਨੂਪੁਰ ਕਾਲੇ ਵਾਲੇ ਮਹਾਂਪੁਰਖ ਹੋਏ। ਨਗਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਆ ਗਿਆ ਅੱਜ ਕੱਲ੍ਹ। ਜਦ ਦਰਬਾਰ ਸਾਹਿਬ ਤੋਂ ਏਅਰਪੋਰਟ ਨੂੰ ਜਾਈਏ ਤਾਂ ਇਹ ਰਸਤੇ ਵਿੱਚ ਪੈਂਦਾ ਹੈ। ਘਨੂਪੁਰ ਕਾਲੇ ਥੋੜ੍ਹਾ ਜਿਹਾ ਹੀ ਹਟਵਾਂ ਹੈ, ਉੱਥੇ ਨਿਵਾਸ ਰੱਖਦੇ ਸਨ ਤੇ ਇੰਗਲੈਂਡ ਗਏ ਹੋਏ ਸਨ। ਤੇ ਕੁਝ ਪ੍ਰੇਮੀ ਜਨ, ਕੁਝ ਪਰਮਾਤਮਾ ਦੀ ਐਸੀ ਮਿਹਰ ਹੁੰਦੀ ਹੈ, ਜਿਨ੍ਹਾਂ ਦੇ ਭਾਗ ਜਗੇ ਹੁੰਦੇ ਨੇ, ਉਹਨਾਂ ਨੂੰ ਐਸੇ ਮਹਾਂਪੁਰਖਾਂ ਦਾ ਮੇਲ ਹੋ ਜਾਂਦਾ ਹੈ ਔਰ ਉਹ ਗੁਰੂ ਉਹਨਾਂ ਨੂੰ ਮਿਲਾ ਦਿੰਦਾ ਹੈ। ਜੇ ਵੱਡ ਭਾਗ ਹੋਵੇ ਵੱਡ ਮੇਰਾ, ਜਨ ਮਿਲਦਿਆਂ ਢਿੱਲ ਨਾ ਲਾਈਐ। ਗੁਰੂ ਆਪ ਕਸ਼ਿਸ਼ ਬਣਾ ਦਿੰਦਾ।
ਤੇ ਉੱਥੇ ਇੱਕ ਤਰਸੇਮ ਸਿੰਘ ਦੇ ਨਾਮ ਦੇ ਸੱਜਣ ਰਾਤ ਤੱਕ ਉਹਨਾਂ ਕੋਲ ਬਾਬਾ ਦਰਸ਼ਨ ਸਿੰਘ ਜੀ ਕੋਲ ਬੈਠੇ ਹੋਏ। ਤੇ ਬਾਬਾ ਦਰਸ਼ਨ ਕਹਿਣ ਲੱਗੇ ਬਈ ਤਰਸੇਮ ਸਿਆਂ ਛੇਤੀ ਆਪਣੇ ਘਰ ਜਾ, ਤੇਰੇ ਘਰ ਭੂਮੀਆਂ ਆਇਆ ਹੋਇਆ। ਤੇ ਉਸਨੇ ਸਮਝਿਆ ਬਈ ਆਪਣੀ ਮੌਜ ਵਿੱਚ ਕੋਈ ਬਚਨ ਕਰ ਰਹੇ ਨੇ। ਉਹ ਗੱਲ ਨੂੰ ਸਮਝ ਨਾ ਸਕਿਆ। ਭਾਈ ਤਰਸੇਮ ਸਿੰਘ ਹਾਲੇ ਉਹ ਜਿਉਂਦਾ ਜਾਗਦਾ ਹੈ, ਇੰਗਲੈਂਡ ਰਹਿੰਦਾ ਹੈ। ਤੇਰੇ ਘਰ ਭੂਮੀਆਂ ਆਇਆ ਹੋਇਆ 2-3 ਵਾਰੀ ਕਿਹਾ, ਪਰ ਉਹਨੂੰ ਸਮਝ ਨਾ ਆਈ। ਤੇ ਫਿਰ ਖੂੰਡਾ ਉਹਨਾਂ ਦੇ ਕੋਲ ਸੀ, ਉੱਠ ਕੇ ਖੂੰਡਾ ਪਕੜ ਕੇ ਕਹਿਣ ਲੱਗੇ, ਜਾਂਦਾ ਹੈ ਕਿ ਤੇਰੇ ਮੋਰਾਂ ਵਿੱਚ ਖੂੰਡਾ ਮਾਰਾਂ। ਤੇ ਉਹ ਭਾਈ ਤਰਸੇਮ ਸਿੰਘ ਕਹਿਣ ਲੱਗੇ, ਜੀ 2-4 ਮਾਰੋ, ਮੇਰਾ ਭਾਗ ਸਵਰ ਜਾਏ। ਖੈਰ ਜਦੋਂ ਘਰ ਪਹੁੰਚਿਆ ਦੇਰ ਨਾਲ ਤਾਂ ਦੇਖਿਆ ਘਰ ਦੇ ਤਾਲੇ ਟੁੱਟੇ ਹੋਏ ਨੇ, ਸਾਜੋ ਸਮਾਨ ਖਿਲਰਿਆ ਹੋਇਆ ਤੇ ਨਗਦ ਕਰੰਸੀ ਵੀ ਕਾਫੀ ਸਾਰੀ ਪਈ ਹੋਈ, ਪੌਂਡ ਪਏ ਹੋਏ ਨੇ। ਸਮਾਨ ਵੀ ਕੁਝ ਬੰਨਿਆ ਹੋਇਆ ਪਿਆ ਹੋਇਆ, ਪਰ ਚੁੱਕ ਕੇ ਕੋਈ ਨਹੀਂ ਲੈ ਗਿਆ। ਬੜਾ ਹੈਰਾਨ ਹੋਇਆ ਬਈ ਤਾਲਾ ਟੁੱਟਿਆ, ਚੋਰ ਆਏ ਨੇ, ਸਮਾਨ ਬੰਨਿਆ, ਪਰ ਲੈ ਕੇ ਕੁਛ ਵੀ ਨਹੀਂ ਗਏ। 5-7 ਦਿਨਾਂ ਬਾਅਦ ਉਹਨਾਂ ਦੇ ਘਰ ਇੱਕ ਕਾਲਾ ਆਇਆ, ਬੜੇ ਉੱਚੇ ਲੰਬੇ ਕੱਦ ਕਾਠ ਦਾ, ਤੇ ਆਖਣ ਲੱਗਾ, ਤੁਹਾਡੇ ਘਰ ਵਿੱਚ ਕੀ ਹੈਗਾ ਹੈ? ਉਹ ਕਹਿਣ ਲੱਗੇ, ਜੀ ਸਾਡੇ ਘਰ ਵਿੱਚ ਤਾਂ ਕੁਝ ਨਹੀਂ ਹੈਗਾ। ਕਿਉਂ ਪੁੱਛ ਰਹੇ ਹੋ? ਆਖਣ ਲੱਗੇ, ਮੈਂ ਚੋਰੀ ਕਰਨ ਆਇਆ ਸੀ ਆਪਣੇ ਹੋਰ ਸਾਥੀਆਂ ਨਾਲ, ਤੇ ਸਮਾਨ ਬੰਨ ਲਿਆ ਸੀ, ਪੌਂਡ ਪਏ ਹੋਏ ਸੀ, ਬੰਨ ਲਏ ਸੀ, VCR ਤੁਹਾਡਾ ਬੰਨ ਲਿਆ ਸੀ, ਪਰ ਜਦੋਂ ਮੈਂ ਚੁੱਕ ਕੇ ਚੱਲਣ ਲੱਗਦਾ ਸੀ ਤੇ ਦਿਖਣਾ ਬੰਦ ਹੋ ਜਾਂਦਾ ਸੀ, ਨਜ਼ਰ ਕੁਝ ਨਹੀਂ ਸੀ ਆਉਂਦਾ। ਅੰਧੇ ਹੋ ਜਾਂਦੇ ਸੀ, ਕੁਝ ਦਿਖਾਈ ਨਹੀਂ ਸੀ ਪੈਂਦਾ। ਉਹ ਕਿਵੇਂ ਹੁੰਦਾ ਹੈ ਤੁਹਾਡੇ ਘਰ ਵਿੱਚ ਇਸ ਤਰ੍ਹਾਂ? ਤੇ ਉਹ ਭਾਈ ਤਰਸੇਮ ਸਿੰਘ ਰੋਣ ਲੱਗ ਪਏ, ਆਖਣ ਲੱਗੇ, ਮੈਨੂੰ ਨਹੀਂ ਪਤਾ, ਇਹ ਬਾਬਾ ਦਰਸ਼ਨ ਸਿੰਘ ਜੀ ਨੂੰ ਪਤਾ ਹੈ। ਤੇ ਬਾਬਾ ਦਰਸ਼ਨ ਸਿੰਘ ਜੀ ਨੂੰ ਪੁੱਛਿਆ ਤੇ ਆਖਣ ਲੱਗੇ, ਮੈਨੂੰ ਨਹੀਂ ਪਤਾ, ਇਹ ਗੁਰੂ ਰਾਮਦਾਸ ਜੀ ਨੂੰ ਪਤਾ ਹੈ, ਗੁਰੂ ਰਾਮਦਾਸ ਜਾਣਦੇ ਨੇ, ਮੈਨੂੰ ਨਹੀਂ ਪਤਾ। ਇਸ ਤਰ੍ਹਾਂ ਜਪਣ ਵਾਲਿਆਂ ਨੂੰ ਗੁਰੂ ਦਿਵ ਦ੍ਰਿਸ਼ਟੀ ਦੇ ਦਿੰਦਾ ਹੈ, ਦੂਰ ਤੱਕ ਦਿਖਾਈ ਪੈਂਦਾ ਹੈ, ਔਰ ਗੁਰੂ ਉਹਨਾਂ ਵਿੱਚ ਵਰਤ ਕੇ ਆਪਣੇ ਸਿੱਖਾਂ ਦੀ ਰਾਖੀ ਵੀ ਕਰਦਾ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖ, ਕੌਣ ਨਹੀਂ ਜਾਣਦਾ ਉਹਨਾਂ ਨੂੰ? ਜੋ ਕੋਈ ਮਿਲਿਆ ਤੇ ਉਸਨੇ ਕੋਈ ਬੇਨਤੀ ਕੀਤੀ ਤੇ ਉਹਨਾਂ ਇੰਨਾ ਹੀ ਕਹਿ ਦਿੱਤਾ ਨਾ ਵੀ ਸਤਿਗੁਰੂ ਗੁਰੂ ਨਾਨਕ ਕਿਰਪਾ ਕਰਨਗੇ, ਇੰਨੇ 'ਚ ਹੀ ਅਗਲੇ ਦੇ ਕੰਮ ਹੋ ਜਾਂਦੇ ਸਨ। ਹੁਣ ਇਹ ਗੱਲ ਵੱਖਰੀ ਹੈ ਵੀ ਜਿਸ ਦੀ ਦ੍ਰਿਸ਼ਟੀ ਨਾ ਹੋਵੇ, ਦ੍ਰਿਸ਼ਟੀ ਹਾਹੀਣ ਹੋਵੇ, ਲਾਭੀਨਾ ਹੋਵੇ, ਦਿਖਾਈ ਨਾ ਪੈਂਦਾ ਹੋਵੇ, ਅੰਨੇ ਅੱਗੇ ਰੱਖੀਏ ਦੀਵੇ ਬਲੇ 50 ਦੀਵੇ ਬਾਲ ਕੇ ਰੋਸ਼ਨੀ ਕਰੋ, ਉਹਨੂੰ ਕੁਝ ਵੀ ਨਹੀਂ ਦਿਖਾਈ ਪੈਂਦਾ। ਤੇ ਜੇ ਭਾਵਨਾ ਆ ਜਾਏ, ਪ੍ਰੇਮ ਆ ਜਾਏ, ਫਿਰ ਗੁਰੂ ਪਾਤਸ਼ਾਹ ਆਪ ਕਰਦੇ ਹੋਏ, ਆਪ ਮੌਜੂਦ ਹੋ ਕੇ ਰਾਖੀ ਕਰਦੇ ਦਿਖਾਈ ਪੈ ਜਾਂਦੇ। ਭਾਈ ਸਾਈਂ ਦਾਸ ਜੀ ਭਾਗਾਂ ਵਾਲੇ ਨੇ, ਇਹਨਾਂ ਕੋਲ ਦ੍ਰਿਸ਼ਟੀ ਹੈ। ਆਖਿਆ, ਸੱਚੇ ਪਾਤਸ਼ਾਹ ਤੁਹਾਡਾ ਮੁੱਢ ਕਦੀਮਾਂ ਦਾ ਸੁਭਾਅ ਰਿਹਾ, ਜਿੱਥੇ ਕੋਈ ਪੁਕਾਰਦਾ ਆਪ ਪਹੁੰਚ ਜਾਂਦੇ ਹੋ। ਸਤਿਗੁਰੂ ਜੀ ਤੁਹਾਡੀ ਵਡਿਆਈ ਹੈ, ਤੁਹਾਡੀ ਮਹਿਮਾ ਹੈ। ਜਹਾਂ ਪ੍ਰੇਮ ਕੋ ਚਿਤ ਹੋ ਗੁਸਾਈ, ਸਭ ਤਿਆਗੋ ਤੇ ਪਹੁੰਚੋ ਜਾਈ। ਰਾਜ ਸਮਾਜ ਛੋੜ ਕਰ ਉਰਾਈ, ਜਾਏ ਬਿਦਰ ਕੇ ਨਿਸ਼ਾ ਬਿਤਾਈ। ਦੁਆਪਰ ਵਿੱਚ ਮਹਾਰਾਜ ਆਪ ਜੀ ਨਹੀਂ, ਬਿਦਰ ਦੇ ਘਰ ਵਿੱਚ ਜਾ ਕੇ ਸਾਰੇ ਦਰੋਣਾਚਾਰੀਆ ਵਗੈਰਾ ਛੱਡ ਕੇ, ਦੁਰਯੋਧਨ ਛੱਡ ਕੇ, ਸਭ ਦੇ ਘਰ ਮਹਿਲ ਛੱਡ ਕੇ, ਤੇ ਗਰੀਬ ਬਿਦਰ ਦੀ ਕੁੱਲੀ ਵਿੱਚ ਜਾ ਕੇ ਚਰਨ ਪਾ ਦਿੱਤੇ।
ਇਹ ਤੁਹਾਡੀ ਵਡਿਆਈ ਹੈ। ਇਹ ਗਾਥਾਵਾਂ ਬਿਲਕੁਲ ਇੱਕੋ ਜਿਹੀਆਂ ਨੇ। ਤੁਸੀਂ ਦੇਖੋਗੇ ਨਾ ਤੇ ਸ੍ਰੀ ਰਾਮ ਭੀਲਣੀ ਦੇ ਘਰ ਵਿੱਚ ਬੈਠੇ ਨੇ, ਪੰਪਾਸੁਰ ਤੀਰਥ ਤੇ ਬੜੇ ਬੜੇ ਹੋਰ ਮੁਨੀਸ਼ਵਰ ਨੇ, ਸਭ ਨੂੰ ਛੱਡ ਕੇ ਤੇ ਗਰੀਬ ਭੀਲਣੀ ਦੇ ਘਰ ਵਿੱਚ ਬੇਰ ਖਾਂਦੇ ਪਏ ਨੇ। ਤੇ ਦੂਰ ਕਿਉਂ ਜਾਈਏ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਖੁਦ ਭਾਈ ਲਾਲੋ ਦੇ ਘਰ ਕੋਧਰੇ ਦਾ ਪ੍ਰਸ਼ਾਦਾ ਛਕਦੇ ਤੇ ਬੋਰੀ ਤੇ ਬੈਠਦੇ ਨੇ ਤੇ ਭਾਈ ਲਾਲੋ ਸਦਕੇ ਜਾਂਦੇ ਨੇ। 10ਵੇਂ ਜਾਮੇ 'ਚ ਵੀ ਗੁਰੂ ਸਾਹਿਬ ਜੀ ਦੇ 10 ਹੀ ਜਾਮਿਆਂ 'ਚ ਅਨੇਕਾਂ ਹੀ ਗਾਥਾਵਾਂ ਹੋਈਆਂ ਨੇ। ਜਦੋਂ ਗਰੀਬਾਂ ਨੂੰ ਗਲ ਨਾਲ ਲਾਇਆ, ਕੁਥਰਿਆਂ ਨੂੰ ਸੁਥਰੇ ਬਣਾਇਆ, ਇਸੇ ਲਈ ਗਰੀਬ ਨਵਾਜ਼ ਮਹਾਰਾਜ ਜੀ ਦਾ ਨਾਮ ਪੈ ਗਿਆ ਨਾ, ਨਾਉ ਗਰੀਬ ਨਵਾਜ਼ ਹੈ। ਗਰੀਬਾਂ ਨੂੰ ਸਾਹਿਬ ਬੜਾ ਨਿਵਾਜ ਲੈਂਦੇ ਨੇ, ਨਿਮਾਣਿਆਂ ਨੂੰ ਮਾਣ ਦੇ ਕੇ, ਸਨਮਾਨ ਦੇ ਕੇ ਵੱਡਾ ਕਰ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਜਦ ਇੱਥੋਂ ਪੰਜਾਬ ਦੇਸ਼ ਲਈ ਰਵਾਨਾ ਹੋਣ ਲੱਗੇ ਤਾਂ ਰਸਤੇ ਵਿੱਚ ਉਹ ਮਾਈ ਦੀ ਕੁੱਲੀ ਆ ਗਈ, ਜਿੱਥੇ ਗਰੀਬ ਮਾਈ ਵਿੱਚ ਕੁੱਲੀ ਵਿੱਚ ਰਹਿੰਦੀ ਸੀ ਤੇ ਉਹਦੇ ਕੋਲ ਸਾਧਨ ਨਹੀਂ ਸੀ ਬਈ ਇੱਥੋਂ ਤੱਕ ਆਵੇ ਤੇ ਆ ਕੇ ਦਰਸ਼ਨ ਕਰੇ, ਤੇ ਨਾਲੇ ਇਹ ਵੀ ਸੋਚਦੀ ਸੀ ਲੈ ਕੇ ਕੀ ਜਾਵਾਂਗੀ, ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ। ਤੇ ਉਸ ਨੂੰ ਕਿਤੇ ਖਬਰ ਵੀ ਪਹੁੰਚ ਗਈ ਵੀ ਹੁਣ ਤੈਨੂੰ ਗੋਬਿੰਦ ਰਾਏ ਜੀ ਦਾ ਦੀਦਾਰ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਕਿਉਂਕਿ ਹੁਣ ਤਾਂ ਉਹ ਮਦਰ ਦੇਸ਼ ਚਲੇ ਜਾਣ ਲੱਗੇ ਨੇ। ਮਾਤਾ ਬਿਸੰਬਰੀ ਦੇਵੀ ਦੇ ਆਖੇ ਵੀ ਨਹੀਂ ਰੁਕੇ। ਉਹ ਮਹਾਰਾਣੀ ਜਿਹਨੂੰ ਉਹਨਾਂ ਨੇ ਮਾਂ ਹੋਣ ਦਾ ਆਪ ਮਾਣ ਬਖਸ਼ਿਆ, ਉਹਦੇ ਆਖੇ ਵੀ ਨਹੀਂ ਰੁਕਦੇ ਪਏ। ਪੰਡਤ ਸ਼ਿਵਦੱਤ ਵੀ ਰੋ ਰੋ ਕੇ ਬੇਨਤੀਆਂ ਕਰ ਥੱਕਿਆ, ਉਸ ਦੇ ਆਖੇ ਵੀ ਨਹੀਂ ਲੱਗ ਰਹੇ। ਤੇ ਸਵੈਮ ਉਹਨਾਂ ਦੇ ਮਾਤਾ ਜੀ ਵੀ ਕਹਿ ਥੱਕੇ ਨੇ, ਉਹ ਨਹੀਂ ਮੰਨਦੇ, ਕਦੇ ਜਾਣਾ ਹੈ। ਹੁਣ ਇਸ ਕਰਕੇ ਤੈਨੂੰ ਜੇ ਇੱਥੇ ਰਹਿੰਦਿਆਂ ਦਰਸ਼ਨ ਨਹੀਂ ਹੋਏ ਤਾਂ ਫਿਰ ਉੱਥੇ ਜਾ ਕੇ ਤੂੰ ਦਰਸ਼ਨ ਕਿੱਥੇ ਕਰ ਸਕਦੀ ਹੈ। ਬਹੁਤ ਰੋਈ ਉਹ ਮਾਤਾ। ਇਸ ਤਰ੍ਹਾਂ ਸ਼ਾਮ ਪੈ ਗਈ ਤੇ ਸ਼ਾਮ ਨੂੰ ਉਹਦੀ ਕੁੱਲੀ ਦਾ ਕੱਖਾਂ ਦਾ ਬਣੇ ਹੋਏ ਦਰਵਾਜ਼ੇ ਦੇ ਕਾਨਿਆਂ ਦੀ, ਜਿੱਥੇ ਰੱਸੀ ਪਾ ਕੇ ਬੰਨ੍ਹਿਆ ਹੁੰਦਾ ਹੈ ਨਾ, ਉੱਥੇ ਨੋਕ ਹੋਈ, ਉੱਥੇ ਦਰਵਾਜ਼ਾ ਖੜਕਿਆ ਤੇ ਉਸਨੇ ਰੋਂਦੀ ਹੋਈ ਨੇ ਪੁੱਛਿਆ ਕੌਣ ਹੈਗਾ। ਤੇ ਬਾਲ ਕੰਠ ਚੋਂ ਆਵਾਜ਼ ਆਈ, ਨਾਲੇ ਬੁਲਾਉਂਦੇ ਹੋ ਨਾਲੇ ਕਹਿੰਦੇ ਹੋ ਕੌਣ ਹੈਗਾ ਹੈ, ਦਰਵਾਜ਼ਾ ਖੋਲੋ। ਦਰਵਾਜ਼ਾ ਖੋਲ੍ਹਿਆ ਤੇ ਦੇਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਅਵਸਥਾ ਵਿੱਚ ਅੱਗੇ ਖੜੇ ਨੇ ਤੇ ਆਖਣ ਲੱਗੇ ਭੁੱਖ ਬੜੀ ਲੱਗੀ ਹੋਈ ਹੈ, ਜੋ ਲਿਆਓ, ਜੋ ਬਣਿਆ ਛਕਾ ਦਿਓ। ਤੇ ਉਸ ਕੋਲ ਭਾਂਡਾ ਵੀ ਨਹੀਂ ਸੀ, ਟੁੱਟਿਆਂ ਕੰਢਿਆਂ ਵਾਲੀ ਉਹਦੇ ਕੋਲ ਦੇਗਚੀ ਸੀ, ਹਾਂਡੀ ਜਿਹਨੂੰ ਕਹਿੰਦੇ ਨੇ, ਮਿੱਟੀ ਦਾ ਬਰਤਨ, ਮਿੱਟੀ ਦਾ ਪਤੀਲਾ, ਉਹਦੇ ਕੰਢੇ ਟੁੱਟੇ ਹੋਏ। ਉਹ ਪਿਆਰ ਵਿੱਚ ਖੀਵੀ ਹੋਈ ਉਹੀ ਚੁੱਕ ਕੇ ਲਿਆਈ ਤੇ ਮਹਾਰਾਜ ਨੇ ਆਪਣੇ ਹੱਥ ਨਾਲ ਹੀ ਲੈ ਕੇ ਛਕਣਾ ਸ਼ੁਰੂ ਕਰ ਦਿੱਤਾ। ਅਗੇ ਤੇ ਸੱਤੀ ਪਦਾਰਥਾਂ ਨੂੰ ਵੀ ਨਜ਼ਰ ਨਾ ਦੇਖਣ ਭਰ ਕੇ ਤੇ ਆਪ ਖਿਚੜੀ ਲੈ ਕੇ ਖਾਂਦੇ ਪਏ ਨੇ ਤੇ ਖਾਂਦੇ ਹੀ ਨਹੀਂ ਪਏ, ਨਾਲ ਇਹ ਵੀ ਕਹਿੰਦੇ ਨੇ ਮਾਤਾ ਤੂੰ ਤਾਂ ਖਿਚੜੀ ਬਹੁਤ ਹੀ ਸਵਾਦ ਬਣਾਈ ਹੈ, ਇੰਨਾ ਸਵਾਦ ਤੂੰ ਕਿੱਥੋਂ ਪਾ ਦਿੱਤਾ। ਇਹ ਖੇਡ ਪ੍ਰੇਮ ਦੀ ਹੈ। ਜਹਾਂ ਪ੍ਰੇਮ ਕੋ ਚਿਤ ਹੋ ਗੁਸਾਈ, ਸਭ ਤਿਆਗੋ ਤੇ ਪਹੁੰਚੋ ਜਾਈ। ਰਾਜ ਸਮਾਜ ਛੋੜ ਕਰ ਉਰਾਈ, ਜਾਏ ਬਿਦਰ ਕੇ ਨਿਸ਼ਾ ਬਿਤਾਈ। ਕੌਰਵਾਂ ਦਾ ਰਾਜ ਭਾਗ ਮਹਿਲ ਮਾੜੀਆਂ ਛੱਡ ਕੇ ਤੇ ਗਰੀਬ ਬਿਦਰ ਦੇ ਘਰ ਜਾ ਚਰਨ ਪਾਏ। ਭਗਤਣੀ ਜੀ ਕਹਿਣ ਲੱਗੇ ਬਿਦਰ ਨੂੰ, ਬਈ ਭਗਤ ਜੀ ਮੈਨੂੰ ਕੰਨਾਂ ਵਿੱਚ ਸ੍ਰੀ ਕ੍ਰਿਸ਼ਨ ਵਰਗੀ ਬਾਂਸੁਰੀ ਸੁਣਾਈ ਪੈ ਰਹੀ ਹੈ, ਤੇ ਕਿੰਨਾ ਚੰਗਾ ਹੋਵੇ ਜੇ ਭਗਵਾਨ ਜੀ ਸਾਡੇ ਘਰ ਹੀ ਆ ਜਾਣ। ਤੇ ਬਿਦਰ ਹੱਸਣ ਲੱਗ ਪਏ, ਕਿਹਾ ਭਗਤਣੀ ਜੀ ਇਹ ਹੋ ਸਕਦਾ ਹੈ ਨਾ, ਤੇ ਉਹਨਾਂ ਨੂੰ ਪਤਾ ਹੈ ਵੀ ਸਾਡੀ ਕੁੱਲੀ ਕਿੱਥੇ ਹੈ,
ਨਾ ਇਹ ਪਤਾ ਹੈ ਵੀ ਸਾਨੂੰ ਮਹਿਲਾਂ ਚੋਂ ਕੱਢ ਦਿੱਤਾ। ਇਹ ਐਵੇਂ ਤੇਰੇ ਕੰਨ ਵੱਜਦੇ ਪਏ ਨੇ। ਇੱਥੇ ਬਾਂਸਰੀ ਉਹ ਕਿੱਥੇ ਹੋ ਸਕਦੀ ਹੈ? ਉਹ ਨਹੀਂ ਇੱਥੇ ਆ ਸਕਦੇ। ਤੇ ਨਾਲੇ ਆਪ ਵੀ ਰੋਣ ਲੱਗ ਪਏ ਵੀ ਜੇ ਕਿਰਪਾ ਕਰੋ ਤੇ ਇਹ ਭਗਵਾਨ ਕ੍ਰਿਸ਼ਨ ਤੁਸੀਂ ਆ ਹੀ ਜਾਓ। ਤੇ ਫਿਰ ਥੋੜੀ ਦੇਰ ਬਾਅਦ ਕਹਿਣ ਲੱਗੇ ਬਈ ਭਗਤਣੀ ਜੀ, ਬਾਂਸੁਰੀ ਤਾਂ ਮੈਨੂੰ ਵੀ ਸੁਣਾਈ ਪੈ ਰਹੀ ਹੈ, ਕਿਤੇ ਮੇਰੇ ਹੀ ਤਾਂ ਨਹੀਂ ਕੰਨ ਵੱਜ ਰਹੇ ਤੇਰੇ ਨਾਲ। ਤੇ ਭਗਤਣੀ ਜੀ ਕਹਿਣ ਲੱਗੇ ਨਹੀਂ ਭਗਤ ਜੀ, ਸਾਡੇ ਦੋਹਾਂ ਦੇ ਇਕੱਠੇ ਕੰਨ ਨਹੀਂ ਵੱਜ ਸਕਦੇ, ਇਹ ਤਾਂ ਬਾਂਸੁਰੀ ਹੀ ਵੱਜ ਰਹੀ ਹੈ। ਜਦ ਬਾਹਰ ਨਿਕਲ ਕੇ ਦੇਖਿਆ ਤਾਂ ਦੁਆਪਰ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਆਪ ਦਰਵਾਜ਼ੇ 'ਚ ਖੜੇ ਸਨ ਤੇ ਆਖਣ ਲੱਗੇ ਐਨੀ ਦੇਰ ਲਾ ਦਿੱਤੀ ਬਿਦਰ ਜੀ, ਦਰਵਾਜ਼ਾ ਖੋਲ੍ਹਦਿਆਂ ਹੋਇਆ। ਹੁਣ ਇਸ ਪ੍ਰੇਮ ਦੀ ਖੇਡ ਨੂੰ ਕੌਣ ਬਿਆਨ ਕਰ ਸਕਦਾ ਹੈ? ਇਹ ਤਾਂ ਜਿਸ ਦੀ ਖੇਡ ਹੈ ਉਹ ਆਪ ਹੀ ਜਾਣਦਾ ਹੈ। ਉਸ ਬਿਨ ਕੋਈ ਹੋਰ ਦੂਜਾ ਜਾਣ ਨਹੀਂ ਸਕਦਾ। ਬਸ ਸਜਦਾ ਜ਼ਰੂਰ ਕਰ ਸਕਦਾ ਹੈ, ਸਿਰ ਝੁਕਾ ਸਕਦਾ ਹੈ ਤੇ ਮੰਗ ਸਕਦਾ ਹੈ ਵੀ ਹੇ ਗੁਰੂ ਪਾਤਸ਼ਾਹ, ਤੇਰੀ ਬਾਣੀ ਦੇ ਚਰਨ ਮੇਰੇ ਹਿਰਦੇ ਵਿੱਚ ਪੈ ਜਾਣ, ਤੇਰੀ ਸਿੱਖੀ ਦੀ ਦਾਤ ਮੇਰੀ ਝੋਲੀ ਵਿੱਚ ਪੈ ਜਾਏ ਤੇ ਪ੍ਰੇਮ ਬਣ ਜਾਏ ਤੇ ਖੇਡ ਵਰਤ ਜਾਂਦੀ ਹੈ। ਰਾਜ ਸਮਾਜ ਛੋੜ ਕਰੁਰਾਈ ਜਾਏ ਬਿਦਰ ਕੇ, ਨਿਸ਼ਾ ਬਿਤਾਈ ਦਿਜਬਰ ਪੰਡਤ, ਗੁਣ ਗਣ ਵਾਲੇ ਬੜੇ ਗੁਣੀ ਪੰਡਤ ਗਿਆਨਵਾਨ, ਸ਼ਬਦ ਸਲੋਕੀ ਗੀਤਾ ਪੜ੍ਹਨ ਵਾਲੇ, ਉਹਨਾਂ ਸਾਰਿਆਂ ਨੂੰ ਛੱਡ ਕੇ ਬਿਨਾਂ ਪ੍ਰੇਮ ਸੋ ਤਿਆਗੇ ਸਿਆਣੇ। ਉਹਨਾਂ ਵਿੱਚ ਗਿਆਨ ਤਾਂ ਸੀ, ਪ੍ਰੇਮ ਨਹੀਂ ਹੈਗਾ ਸੀ। शूदर भगत के संग फिरनते, बिदत जगत में नहीं छपनते। सारी जगत विच सारी दुनिया च ये गल बिदत है कि तुसी गरीब बिदर दे घर आके उहदे नाल घुमदे फिरदे रहे ते राज महल नूं पासे कर छड्डिया। ते साहिब जी दे बचन भी ने, भली सुहावी छापरी जा मैं गुण गाए, कित ही काम न धौल हर जित हर बिसराए। महाराज सच्चे पातशाह तुसी तां सुभाਅ ही ये रखदे हो, नाले उन्हां दे नेत्रां चों जल जा रहा, नाले महाराज दे चरण चुम रहे ने ते नाले गुरु हरगोबिंद साहब जी नूं बेनतियां कर रहे ने। अगली विचार सरवण करिए पेशता रखो, धन गुरु हरगोबिंद साहब जी महाराज। एक बारी फिर आखो जी, धन गुरु हरगोबिंद धन गुरु हरगोबिंद साहब जी महाराज। चौपई बस दासन के सदा गुसाई। हे जगत दे मालक, हे जगत दे पैदा करने वाले साईं जी, तुसी अपने दासां दे प्रेम विच वस विच हो जांदे हो। तुमरे किरत तुमको बनियाई। हे शहनशाहे दो आलम, मेरियां पीरियां दे दाते, गुरु हरगोबिंद साहब जी दी तुहाडी वडियाई तुहानू ही बण आउंदी है, इस तरह होर नहीं कोई कर सकदा। जिवें भट्ट जन कहंदे ने, भले अमरदास गुण तेरे, तेरी उपमा तोहे बन आवे। होर किसी नाल उदाहरण नहीं दिती जा सकती। अपर नहीं समता को तरे। इन्हां लोकां विच हे गुरु हरगोबिंद साहब महाराज तुहाडी बराबरी करन वाला कोई नहीं। साध संगत गुरु दी बराबरी तां की करनी है, गुरु दे चरनां दी धूड़ दी बराबरी करन वाला भी कोई नहीं, गुरु साहब जी दे जोड़ियां दी बराबरी करन वाला भी कोई नहीं। देख लो हर रोज़ गुरु गोबिंद सिंह गुरु तेग बहादुर साहब जी दे चरनां दियां खड़ावां किवें संगत शरधा नाल रोज़ दर्शन करदी। किसी राजे महाराजे दियां खड़ावां कोई पूजदा? महाराज जी दे चरनां दा जोड़ा ही है ना, पर सारा ब्रह्मंड पूजदा है, मस्तक झुकाउंदा है, जय जयकार करदा है, क्योंकि उन्हां दी महिमा उन्हां नूं ही बण आउंदी है, होर किसी नाल समता नहीं दिती जा सकती। बस दीनन के नित्य अनुसार। पर हे साहिब ये भी थोड़ी
ਵਡਿਆਈ ਹੈ, ਲਾ ਮਿਸਾਲ ਮਿਸਾਲ ਹੈ। ਇਹ ਵੀ ਤੁਸੀਂ ਹੀ ਕਰ ਸਕਦੇ ਹੋ ਕਿ ਅਨੰਤ ਬ੍ਰਹਿਮੰਡਾਂ ਦੀਆਂ ਅਨੰਤ ਵੱਡੀਆਂ ਬਰਕਤਾਂ ਦੇ ਮਾਲਕ ਹੁੰਦਿਆਂ ਵੀ ਆਪਣੇ ਨਿਮਾਣੇ ਸੇਵਕਾਂ ਨੂੰ ਨਿਵਾਜਦੇ ਹੋ। ਰਹਿਤ ਪਏ ਸਤਿਗੁਰ ਮਹਾਰਾਜ। ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਟਿਕ ਗਏ। ਬਸ ਦੀਨਨ ਕੇ ਨਿਤ ਅਨੁਸਰੈ ਰਹਿਤ ਭਏ ਸਤਿਗੁਰੂ ਮਹਾਰਾਜ। ਫਿਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਜੀ ਦੇ ਘਰ ਰੁਕ ਗਏ ਹਨ, ਰਹਿਣ ਲੱਗ ਪਏ ਹਨ। ਸਦਾ ਸੁਧਾਰੈ ਸਿੱਖਨ ਕਾਜ। ਸਦਾ ਆਪਣੇ ਸਿੱਖਾਂ ਦੇ ਕਾਰਜ ਸਵਾਰਦੇ ਨੇ। ਸਦਾ ਦਾ ਮਤਲਬ ਇਹ ਨਹੀਂ ਬਈ ਜਿੰਨਾ ਚਿਰ ਸੇਵਾ ਜਾਮਾ ਰਿਹਾ ਉਹਨਾਂ ਚਿਰ ਕਾਰਜ ਸਵਾਰੇ, ਜਾਂ 10 ਮਨੁੱਖੀ ਜਾਮਿਆਂ ਵਿੱਚ ਵਰਤੇ ਉਹਨਾਂ ਚਿਰ ਕਾਰਜ ਸਵਾਰੇ। ਅਸਲੀਅਤ ਤਾਂ ਇਹ ਹੈ ਸਾਧ ਸੰਗਤ ਜੀ, ਬਈ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ 'ਚ ਬਿਰਾਜਮਾਨ ਹੋ ਕੇ ਅੱਜ ਵੀ ਆਪਣੇ ਸਿੱਖਾਂ ਦੇ ਸਾਰੇ ਕਾਰਜ ਸਤਿਗੁਰੂ ਸਵਾਰਦੇ ਪਏ। ਸਦਾ ਦਾ ਮਤਲਬ ਤਾਂ ਇਹ ਬਈ ਸਦਾ ਹੀ ਤੁਸੀਂ ਆਪਣੇ ਸਿੱਖਾਂ ਦੇ ਆਪਣੇ ਸੇਵਕਾਂ ਦੇ ਕਾਰਜ ਸਵਾਰਦੇ ਹੋ। ਹਾਂਜੀ। ਕਬ ਕਬ ਬਹਿਰ ਅਖੇਰ ਸਿਧਾਵੈ। ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਜੀ ਦੇ ਗ੍ਰਹਿ ਟਿਕੇ ਹੋਏ ਨੇ ਤੇ ਕਦੀ ਕਦਾਈ ਬਾਹਰ ਸ਼ਿਕਾਰ ਵਾਸਤੇ ਵੀ ਚਲੇ ਜਾਂਦੇ ਹਨ। ਕਬ ਹੂੰ ਬੈਠ ਕਰ ਸਭਾ ਲਗਾਵੈ। ਤੇ ਫਿਰ ਕਦੀ ਮਹਾਰਾਜ ਦੀਵਾਨ ਵੀ ਸਜਾਉਂਦੇ ਹਨ, ਦੀਵਾਨ ਵਿੱਚ ਵੀ ਬੈਠਦੇ ਬਿਰਾਜਦੇ ਹਨ। ਬਹੁਰ ਬਿਸੋਏ ਕਾ ਪਰਮੇਲਾ। ਤੇ ਫਿਰ ਜਦ ਵਿਸਾਖੀ ਦਾ ਸਮਾਂ ਆ ਗਿਆ, ਇਤਨੀ ਦੇਰ ਨੂੰ 15 ਚੇਤਰ ਨੂੰ ਮਹਾਰਾਜ ਇੱਥੇ ਪਹੁੰਚੇ ਨੇ ਤੇ 15 ਦਿਨਾਂ ਬਾਅਦ ਵਿਸਾਖੀ ਦਾ ਸਮਾਂ ਆ ਜਾਣਾ ਸੀ। ਵਿਸਾਖੀ ਦਾ ਵੱਡਾ ਸਮਾਗਮ ਮੇਲਾ ਜਿਹੜਾ ਸੀ ਉਹ ਪਹੁੰਚ ਗਿਆ ਤੇ ਦੂਰ ਦਰਾਜ ਸੰਗਤਾਂ ਨੂੰ ਪਤਾ ਚੱਲਿਆ ਵੀ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੱਗ ਤੇਰੀ ਕੀ ਹੈ ਜਹਾਂਗੀਰ ਦੀ, ਵਡਿਆਈਆਂ ਦੇ ਮਾਲਕ ਅੱਜ ਕੱਲ੍ਹ ਭਾਈ ਕੀ ਡਰੌਲੀ ਬਿਰਾਜੇ ਹੋਏ। ਤੇ ਸਾਰੀਆਂ ਸੰਗਤਾਂ ਨੇ ਉਧਰ ਨੂੰ ਵਹੀਰਾਂ ਘੱਤ ਦਿੱਤੀਆਂ, ਕਿਉਂਕਿ ਜਿੱਥੇ ਸਤਿਗੁਰੂ ਬਿਰਾਜਮਾਨ ਹੁੰਦੇ ਸੰਗਤ ਨੇ ਉੱਥੇ ਹੀ ਜਾਣਾ ਹੁੰਦਾ ਦਰਸ਼ਨ ਕਰਨ ਵਾਸਤੇ। ਹਾਂਜੀ। ਸੁਨ ਸੁਧ ਗੁਰ ਕੀ ਪਇਓ ਸਕੇਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਥੇ ਆਉਣਾ ਸੁਣ ਕੇ, ਖਬਰ ਸੁਣ ਕੇ ਬਹੁਤ ਵੱਡਾ ਗੁਰੂ ਸੰਗਤਾਂ ਦਾ ਇਕੱਠ ਹੋਇਆ। ਬਹੁ ਉਪਹਾਰ ਨਿਆਨ ਚੜਾਵੈ। ਤੇ ਵੱਡੀਆਂ ਵੱਡੀਆਂ ਉਪਹਾਰ ਭੇਟਾਵਾਂ ਲੈ ਕੇ ਮਹਾਰਾਜ ਜੀ ਦੇ ਚਰਨਾਂ 'ਚ ਆਏ ਤੇ ਆ ਕੇ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ, ਭੇਟਾਂ ਰੱਖੀਆਂ। ਬੰਦੈ ਚਰਨ ਦਰਸ ਕੋ ਪਾਵੈ। ਤੇ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕੀਤੀਆਂ, ਦਰਸ਼ਨ ਪ੍ਰਾਪਤ ਕੀਤੇ। ਗੁਰ ਟਿਗ ਬਸੈ ਲਾਭ ਕੋ ਜਾਣੈ। ਤੇ ਸਾਰੇ ਆਪਣਾ ਲਾਭ ਇਸ ਗੱਲ ਵਿੱਚ ਸਮਝਦੇ ਨੇ ਵੀ ਸਾਨੂੰ ਮਹਾਰਾਜ ਦੇ ਕੋਲ ਹੋਰ ਸਮਾਂ ਮਿਲ ਜਾਏ, ਹੋਰ ਸਮਾਂ ਮਿਲ ਜਾਏ, ਹੋਰ ਗੁਰੂ ਦੀ ਕਿਰਪਾ ਬਣ ਜਾਵੇ। ਦਰਸੈ ਆਪਨ ਕਿਰਤਾਰਥ ਮਾਨੈ। ਜਿਹੜਾ ਵੀ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਉਹ ਆਪਣੇ ਆਪ ਨੂੰ ਭਾਗਾਂ ਵਾਲਾ, ਆਪਣੇ ਆਪ ਨੂੰ ਕਿਰਤਾਰਥ ਹੋਇਆ ਮੰਨਦਾ ਹੈ। ਅਨਗਨ ਵਸਤੂ ਅਰਪੈ ਆਏ। ਤੇ ਵਸਤੂਆਂ ਗਿਣੀਆਂ ਨਹੀਂ ਜਾਂਦੀਆਂ, ਇਤਨੀਆਂ ਲਿਆ ਲਿਆ ਕੇ ਭੇਟਾ ਸੰਗਤਾਂ ਕਰ ਰਹੀਆਂ ਹਨ। ਨਰ ਨਾਰੀ ਹੋਏ ਸਮੁਦਾਇ। ਤਮਾਮ ਸਿੱਖ ਆਪਣੇ ਪਰਿਵਾਰਾਂ ਸਮੇਤ ਤੇ ਹੋਰ ਨਰ ਨਾਰੀ ਸਾਰੇ ਇਸਤਰੀ ਪੁਰਸ਼ ਮਹਾਰਾਜ ਜੀ ਦੇ ਦੀਦਾਰ ਲਈ ਆਏ ਹਨ। ਮਨੋ ਕਾਮਨਾ ਪਾਏ ਸਿਧਾਰੇ। ਮਨੋ ਕਾਮਨਾਵਾਂ ਮਹਾਰਾਜ ਦੇ ਕੋਲੋਂ ਪ੍ਰਾਪਤ ਕਰਕੇ ਜੋ ਇੱਛਤ ਫਲ ਨੇ ਉਹ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਜਾਂਦੇ ਹਨ। ਨਿਸਾ ਤੀਨ ਗੁਰ ਨਿਕਟ ਗੁਜਾਰੇ। ਔਰ ਇਸ ਤਰ੍ਹਾਂ ਕਮ ਅਜ਼ ਕਮ 2-3 ਦਿਨ ਮਹਾਰਾਜ ਜੀ ਦੇ ਕੋਲ ਰਹਿੰਦੇ ਨੇ। ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਸ਼ਾਮੀ ਸੋਦਰ ਦੇ ਦੀਵਾਨ ਸਜਦੇ ਹਨ, ਸੋਦਰ ਆਰਤੀ ਗਾਵੀ ਹੈ, ਪੁਰਾਤਨ ਮਰਿਆਦਾ ਚਲੀ ਆ ਰਹੀ। ਇਸ ਤਰ੍ਹਾਂ ਦੀਵਾਨ ਲੱਗਦੇ ਨੇ ਤੇ ਜੇ ਬਹੁਤਾ ਵੀ ਕਿਸੇ ਕੋਲ ਕਾਹਲ ਹੋਵੇ ਨਾ, ਸਮਾਂ ਨਾ ਹੋਵੇ, ਜਾਣਾ ਹੋਵੇ ਤੇ ਉਹ ਕਮ ਅਜ਼ ਕਮ 3-3 ਦਿਨ ਤਾਂ ਮਹਾਰਾਜ ਕੋਲ ਜ਼ਰੂਰ ਹੀ
ਠਹਿਰਦੇ ਹਨ। ਸੁਜਸ ਕਰਤ ਆਪਣੇ ਗ੍ਰਹਿ ਗਏ। ਔਰ ਇਸ ਤਰ੍ਹਾਂ ਫਿਰ ਮਹਾਰਾਜ ਜੀ ਦਾ ਸੋਹਣਾ ਜਸ ਕਰਦੇ ਹੋਏ, ਵਡਿਆਈ ਕਰਦੇ ਹੋਏ, ਸਤਿਗੁਰੂ ਜੀ ਦੀਆਂ ਬਰਕਤਾਂ ਨੂੰ ਬਿਆਨਦੇ ਹੋਏ ਆਪਣੇ ਆਪਣੇ ਘਰਾਂ ਵੱਲ ਜਾਂਦੇ ਹਨ। ਸਤਿਗੁਰ ਤਹਾਂ ਬਿਰਾਜਤ ਪਏ। ਇਸ ਤਰ੍ਹਾਂ ਫਿਰ ਵਿਸਾਖੀ ਦਾ ਜਿਹੜਾ ਸਮਾਗਮ ਸੀ ਉਹ ਸੰਪੂਰਨ ਹੋਇਆ। ਸੰਗਤਾਂ ਵਿਦਾ ਲੈ ਲੈ ਕੇ ਗਈਆਂ ਤੇ ਮਹਾਰਾਜ ਉੱਥੇ ਹੀ ਟਿਕੇ ਹੋਏ ਹਨ। ਸਤ ਡਰੋਲੀ ਗ੍ਰਾਮ ਮੈਂ ਕੀਨੇ। ਇਸ ਤਰ੍ਹਾਂ ਬਸਤ ਡਰੋਲੀ ਗ੍ਰਾਮ ਮੈਂ ਕੀਨੇ ਅਨਕ ਬਿਲਾਸ। ਬਹੁਤ ਮਹਾਰਾਜ ਨੇ ਖੁਸ਼ੀਆਂ ਕੀਤੀਆਂ, ਖੁਸ਼ੀਆਂ ਵਰਤਾਈਆਂ ਹਨ ਡਰੋਲੀ ਨਗਰ ਵਿੱਚ। ਏਕ ਗਾਥ ਹੋਈ ਜਥਾ ਸੁਨੋ ਤਥਾ ਸੁਖ ਹਾਸ। ਭਾਈ ਸਾਹਿਬ ਭਾਈ ਸੰਤੋਖ ਸਿੰਘ ਰੱਖਦੇ ਨੇ ਫਿਰ ਇੱਥੇ ਇੱਕ ਬੜੀ ਵੱਡੀ ਕਥਾ ਹੋਈ। ਏਕ ਗਾਤ ਹੋਈ ਜਥਾ, ਜਿਵੇਂ ਗਾਤਾ ਹੋਈ ਸੁਨੋ ਤਥਾ ਸੁਖ ਰਾਸ। ਸੁੱਖਾਂ ਦੀ ਰਾਸ, ਸੁੱਖਾਂ ਦਾ ਮੂਲ, ਸਾਰੇ ਸੁੱਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ ਜਿਹੜੀ ਕਥਾ ਹੋਈ ਹੈ, ਜਿਹੜੀ ਇੱਕ ਘਟਨਾ ਹੋਈ ਹੈ, ਇਹ ਸਾਰੇ ਪ੍ਰੇਮ ਨਾਲ ਸੁਣੋ। ਹਾਂਜੀ। ਘਰ ਵੱਡੇ ਇੱਕ ਗ੍ਰਾਮ ਮੈਂ ਗੁਰ ਸਿੱਖ ਬਸੈ ਤਿਖਾਨ। ਇਸ ਤਰ੍ਹਾਂ ਵੱਡੇ ਘਰ ਨਾਮ ਦੇ ਨਗਰ ਵਿੱਚ ਇੱਕ ਤਰਖਾਣ ਦੀ ਕਿਰਤ ਕਰਨ ਵਾਲੇ ਗੁਰਸਿੱਖ ਵਸਦੇ ਹਨ। ਰਾਮਦਾਸ ਸਤਿਗੁਰੂ ਤੇ ਸਿੱਖੀ ਧਰੀ ਮਹਾਨ। ਇਸ ਗੁਰਸਿੱਖ ਪਰਿਵਾਰ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਚਰਨਾਮ੍ਰਿਤ ਲਿਆ ਹੋਇਆ ਤੇ ਸਿੱਖੀ ਧਾਰਨ ਕੀਤੀ ਹੋਈ ਹੈ, ਜੋ ਸਭ ਤੋਂ ਮਹਾਨ ਹੈ, ਜਿਸ ਵਰਗਾ ਹੋਰ ਕੋਈ ਮਹਾਨ ਨਹੀਂ ਹੈ। ਚੌਪਈ ਛਠੇ ਮਾਸ ਦਰਸ਼ਨ ਕੋ ਜਾਏ। ਉਹ ਜਿਹੜਾ ਸਿੱਖ ਹੈ ਵੱਡੇ ਘਰ ਵਿੱਚ ਰਹਿਣ ਵਾਲੇ, ਉਹ ਹਰ 6 ਮਹੀਨਿਆਂ ਬਾਅਦ ਆਪਣੀ ਕਿਰਤਕਾਰ ਵਿਹਾਰ ਕਰਕੇ, ਖੇਤੀ ਆਦਿ ਕਰਕੇ ਜੋ ਉਹਨਾਂ ਨੂੰ ਬਚਤ ਹੁੰਦੀ ਹੈ, ਦਸਵੰਧ ਤਾਂ ਸਾਰੇ ਹੀ ਕੱਢਦੇ ਨੇ, ਉਹ ਬਹੁਤ ਸਾਰਾ ਹੋਰ ਵੀ ਸਰਮਾਇਆ ਨਾਲ ਲੈ ਕੇ ਕਦੀ ਊਠ ਲੈ ਜਾਂਦੇ ਨੇ, ਕਦੀ ਹੋਰ ਘੋੜੇ ਲੈ ਜਾਂਦੇ ਨੇ। ਇਸ ਤਰ੍ਹਾਂ ਭੇਟਾਵਾਂ ਉਹ ਵੱਡੇ ਪਰਿਵਾਰ, ਵੱਡੇ ਘਰ ਵਾਲੇ ਜੋ ਗੁਰੂ ਰਾਮਦਾਸ ਜੀ ਤੋਂ ਸਿੱਖੀ ਲਈ ਹੋਈ ਹੈ, ਉਹ 6 ਮਹੀਨਿਆਂ ਬਾਅਦ ਜ਼ਰੂਰ ਹੀ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਹਨ। ਜਥਾ ਸਕਤ ਤਨ ਭੇਟ ਚੜਾਏ। ਤੇ ਯਥਾ ਸਕਤ ਧਨ ਹੋਰ ਵੀ ਭੇਟਾ ਕਰਦੇ ਹਨ। ਸੁਨੇ ਪ੍ਰੇਮ ਕਰ ਗੁਰ ਕੀ ਬਾਣੀ। ਇਹ ਕੰਮ ਹਰ ਸਿੱਖ ਵਾਸਤੇ ਜ਼ਰੂਰੀ ਹੈਗਾ। ਜਦੋਂ ਮਹਾਰਾਜ ਦੇ ਘਰ ਆਓ ਤੇ ਪ੍ਰੇਮ ਨਾਲ ਬੈਠ ਕੇ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ, ਬਾਣੀ ਦਾ ਪਾਠ, ਬਾਣੀ ਦੀ ਕਥਾ ਸਰਵਣ ਕਰਨੀ ਚਾਹੀਦੀ, ਕਿਉਂਕਿ ਸਰਵਣ ਕਰਨ ਨਾਲ ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਨੇੜਤਾ ਬਣ ਜਾਂਦੀ, ਪ੍ਰੇਮ ਅੰਦਰ ਪੈਦਾ ਹੁੰਦਾ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੇ। ਇਸ ਲਈ ਜਦ ਵੀ ਮੌਕਾ ਬਣੇ ਸਤਿਗੁਰੂ ਜੀ ਦੇ ਚਰਨ ਕਮਲਾਂ 'ਚ ਹਾਜ਼ਰ ਹੋਣ ਦਾ, ਫਿਰ ਆਪਣਾ ਸਮਾਂ ਕਥਾ ਕੀਰਤਨ ਵਿੱਚ ਭੇਟ ਕਰੀਏ ਤੇ ਵੱਡੀਆਂ ਵਡਿਆਈਆਂ ਝੋਲੀ ਵਿੱਚ ਪੈਂਦੀਆਂ ਨੇ। ਇਹ ਵੱਡੇ ਘਰ ਵਾਲੇ ਗੁਰਸਿੱਖ ਵੀ ਮਹਾਰਾਜ ਜੀ ਦੇ ਘਰ ਪਹੁੰਚ ਕੇ ਕੀਰਤਨ ਸੁਣਦੇ ਨੇ, ਬਾਣੀ ਸੁਣਦੇ ਨੇ ਤੇ ਬੜੇ ਪ੍ਰੇਮ ਵਿੱਚ ਆਉਂਦੇ ਹਨ। ਧਰਮ ਕਿਰਤ ਕਰ ਬਨੈ ਸੁਦਾਨੀ। ਤੇ ਧਰਮ ਦੀ ਕਿਰਤ ਕਰਕੇ ਜੋ ਬਣਦਾ ਹੈ ਉਹ ਦਾਨੀ ਬਣ ਕੇ ਦਾਨ ਕਰ ਦਿੰਦੇ, ਭਾਵ ਮਹਾਰਾਜ ਜੀ ਨੂੰ ਭੇਟਾ ਕਰ ਦਿੰਦੇ ਹਨ। ਉਰ ਵਿਖੈ ਭਾਵ ਕੋ ਧਾਰੈ। ਤੇ ਮਹਾਰਾਜ ਜੀ ਦਾ ਭਾਵ ਵੀ ਬੜਾ ਜ਼ਿਆਦਾ, ਹਰ ਕਦਮ ਨੇੜੇ ਸਮਝਦੇ ਨੇ, ਕਦੀ ਦੂਰ ਨਹੀਂ ਜਾਣ ਦੇ, ਪ੍ਰੇਮ ਨਾਲ ਹਿਰਦਾ ਭਰਿਆ ਰਹਿੰਦਾ ਹੈ। ਭਾਵ ਵੀ ਹੈ ਤੇ ਪ੍ਰੇਮ ਵੀ ਬੜਾ ਜ਼ਿਆਦਾ ਹੈ। ਸਤਿਗੁਰ ਮਹਿਮਾ ਅਧਿਕ ਉਚਾਰੈ। ਤੇ ਦਿਨ ਰਾਤ ਦੇ ਵੱਡੇ ਘਰ ਰਹਿਣ ਵਾਲੇ ਗੁਰਸਿੱਖ ਮਹਾਰਾਜ ਜੀ ਦੀ ਮਹਿਮਾ ਕਰਦੇ ਰਹਿੰਦੇ ਨੇ। ਕੋਈ ਇਹਨਾਂ ਕੋਲ ਆ ਜਾਵੇ, ਕੋਈ ਰਿਸ਼ਤੇਦਾਰ, ਕੋਈ ਸੰਬੰਧੀ, ਕੋਈ ਨਿਕਟਵਰਤੀ, ਤੇ ਹੋਰ ਗੱਲਾਂ ਮਾੜੀਆਂ ਮੋਟੀਆਂ ਕਰਕੇ ਵੇ ਗੁਰੂ ਦਾ ਜਸ ਕਰਨ ਲੱਗ ਪੈਂਦੇ, ਗੁਰੂ ਸਾਹਿਬ ਦੀਆਂ ਸਾਖੀਆਂ ਸੁਣਨ ਸੁਣਾਉਣ ਲੱਗ ਪੈਂਦੇ ਹਨ। ਸ੍ਰੀ ਅਰਜਨ ਕੋ ਸੇਵਤ ਰਹਿਓ। ਇਹ ਪਰਿਵਾਰ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਿੱਖੀ ਧਾਰਨ ਕਰਕੇ
ਤੇ ਪੰਜਵੇਂ ਪਾਤਸ਼ਾਹ ਜੀ ਦੀ ਸੇਵਾ ਵਿੱਚ ਵੀ ਰਿਹਾ ਹੈ। ਬਪ ਬੋ ਬਰਖਨ ਬੈ ਨਿਰਭਇਓ। ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਬਪ ਬੋ ਬਰਖਨ ਬੈ ਨਿਰਭਇਓ, ਉਹਨਾਂ ਦੀ ਉਮਰ ਵੱਡੀ ਹੈ ਤੇ ਸਾਰਾ ਜੀਵਨ ਨਿਰਵਾਹ ਕਰ ਰਹੇ ਹਨ। ਆਕਲ ਕਹਿ ਤਾਹੇ ਕੋ ਨਾਮੂ। ਹੁਣ ਆਪ ਪੁੱਛੋਗੇ ਵੀ ਇਸ ਗੁਰਸਿੱਖ ਦਾ ਜਿਹਦਾ ਹਿਰਦਾ ਪ੍ਰੇਮ ਨਾਲ ਭਰਿਆ ਹੋਇਆ, ਬਾਣੀ ਸੁਣਦੇ ਨੇ, ਭੇਟਾਵਾਂ ਮਹਾਰਾਜ ਨੂੰ ਅਰਪਣ ਕਰਦੇ ਨੇ, ਗੁਰੂ ਦਾ ਜਸ ਸੁਣਦੇ ਸੁਣਾਉਂਦੇ ਰਹਿੰਦੇ ਨੇ, ਵੀ ਇਹਨਾਂ ਦਾ ਨਾਮ ਕੀ ਹੈਗਾ ਹੈ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦਾ ਨਾਮ ਭਾਈ ਆਕੁਲ ਹੈ। ਭਾਈ ਆਕਲ ਜੀ ਮਹਾਰਾਜ ਗੁਰੂ ਰਾਮਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਹੋਈ, ਵੱਡੇ ਘਰ ਵਾਲੇ, ਵੱਡੇ ਘਰ ਰਹਿਣ ਵਾਲੇ, ਤੇ ਮਹਾਰਾਜ ਵੱਡਾ ਘਰ ਕਹਿ ਕੇ ਇਹਨਾਂ ਨੂੰ ਮੁਖਾਤਬ ਵੀ ਕਰਦੇ ਸਨ। ਅੱਜ ਵੀ ਇਹਨਾਂ ਦੇ ਪਰਿਵਾਰ ਕੋਲ ਸਤਿਗੁਰੂ ਜੀ ਦੇ ਬਖਸ਼ੇ ਹੋਏ ਕਈ ਹੁਕਮਨਾਮੇ ਨੇ। ਮੈਂ ਹੌਲੀ ਹੌਲੀ ਖੁਲਾਸਾ ਕਰਾਂਗਾ ਵੀ ਇਹ ਪਰਿਵਾਰ ਕਿਹੜਾ ਹੈ। ਸਰਵਣ ਕਰੀਏ। ਮਨ ਕੋ ਗੁਰਮਤਿ ਮੈਂ ਬਿਸਰਾਮੂ। ਤੇ ਹਿਰਦੇ ਵਿੱਚ ਸਤਿਗੁਰੂ ਜੀ ਦੀ ਮਤ ਇਹਨਾਂ ਦੇ ਟਿਕੀ ਹੋਈ, ਭਾਵ ਗੁਰੂ ਦੀ ਮਤ ਨਾਲ ਹੀ ਚੱਲਦੇ ਨੇ। ਇਹਨਾਂ ਦਾ ਸੌਣਾ ਜਾਗਣਾ, ਖਾਣਾ ਪੀਣਾ, ਆਉਣਾ ਜਾਣਾ, ਕਿਰਤਕਾਰ ਵਿਹਾਰ ਸਭ ਪੂਰਨ ਗੁਰਮਤ ਅਨੁਸਾਰ। ਜੋ ਸਤਿਗੁਰੂ ਨੇ ਕਿਹਾ ਉਸੇ ਹੀ ਲਕੀਰ ਤੇ ਚੱਲਦੇ ਹਨ। ਇਸਕੇ ਗ੍ਰਹਿ ਨਿਪਜੀ ਇੱਕ ਕੰਨਿਆ। ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਭਾਈ ਆਕਲ ਜੀ ਦੇ ਘਰ ਵਿੱਚ ਇੱਕ ਭਾਗਸ਼ਾਲੀ, ਇੱਕ ਪੁਰਾਣੇ ਜਨਮਾਂ ਦੀ ਬੰਦਗੀ ਵਾਲੀ ਕੰਨਿਆ ਦਾ ਜਨਮ ਹੋਇਆ। ਪੂਰਬ ਜਨਮ ਪੁੰਨ ਕੀ ਧਨੀਆ। ਇਹਦੇ ਪਿਛਲੇ ਜਨਮਾਂ ਦੇ ਬੜੇ ਪੁੰਨ ਕਰਮ ਨੇ। ਪੁੰਨ ਦਾ ਮਤਲਬ ਮਹਾਨ ਕਰਮ, ਤੇ ਸਭ ਤੋਂ ਮਹਾਨ ਕਰਮ ਪੁੰਨ ਕਰਮ ਨਾਮ ਜਪਣਾ ਹੁੰਦਾ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਜਪਣ ਵਾਲੀ ਆਤਮਾ ਜਿਹਦਾ ਪੁਰਾਣੇ ਸ਼ੁਭ ਕਰਮਾਂ ਦਾ ਧਨ ਨਾਲ ਹੈ, ਉਸ ਕੰਨਿਆ ਦਾ ਜਨਮ ਹੋਇਆ। ਸਫਤ ਬਰਖ ਜਬ ਆਕੁਲ ਜਾਨੀ। ਇਹ ਮਹਾਨ ਕੰਨਿਆ ਜਦ 7 ਸਾਲਾਂ ਦੀ ਹੋ ਗਈ, ਉਹਨਾਂ ਦਿਨਾਂ ਵਿੱਚ 6-5 ਸਾਲ ਦੇ ਰਿਸ਼ਤੇ ਕਰ ਦਿੰਦੇ ਸਨ। ਬਾਲ ਅਵਸਥਾ ਵਿੱਚ ਵਿਆਹ ਹੋ ਜਾਂਦੇ ਸਨ, ਰਿਸ਼ਤੇ ਹੋ ਜਾਂਦੇ ਸਨ। ਕਿਤ ਸਨ ਬੰਧ ਕਰਿਓ ਮਨ ਠਾਨੀ। ਤੇ ਭਾਈ ਆਕਲ ਜੀ ਦੇ ਘਰ ਇਸ ਮਹਾਨ ਪਵਿੱਤਰ ਕੰਨਿਆ ਦਾ ਜਨਮ ਹੋਇਆ ਤੇ 7 ਸਾਲ ਉਮਰ ਹੋ ਗਈ। ਤੇ ਉਹਨਾਂ ਸੋਚਿਆ ਹੁਣ ਕਿਧਰੇ ਸੰਜੋਗ ਲੱਭਣਾ ਚਾਹੀਦਾ ਹੈ। ਮਹਾਰਾਜ ਦੇ ਚਰਨਾਂ 'ਚ ਅਰਦਾਸਾਂ ਕਰਦੇ ਰਹੇ, ਹੇ ਪ੍ਰਭੂ ਮਿਹਰ ਹੋਵੇ, ਸੰਜੋਗ ਪ੍ਰਗਟ ਹੋਵੇ। ਇਹ ਅਰਦਾਸ ਗੁਰੂ ਚਰਨਾਂ 'ਚ ਕਰੀਏ ਤੇ ਗੁਰੂ ਢੋਲ ਲਾ ਦਿੰਦਾ, ਬਾਂਹ ਪਕੜ ਲੈਂਦਾ ਹੈ, ਖੇਡ ਵਰਤ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਜੀ ਦੇ ਇਸ ਮਹਾਨ ਸਿੱਖ ਭਾਈ ਆਕਲ ਜੀ ਦੇ ਘਰ ਵਿੱਚ ਜੋ ਕੰਨਿਆ ਪੈਦਾ ਹੋਈ, 7 ਸਾਲਾਂ ਦੀ ਹੋਈ ਤੇ ਵਰ ਘਰ ਲੱਭਣ ਲੱਗ ਪਏ। ਤਿਜ ਬੁਲਾਏ ਕਰ ਦਇਓ ਪਠਾਈ। ਬ੍ਰਾਹਮਣ ਉਹਨਾਂ ਦਿਨਾਂ 'ਚ ਰਿਸ਼ਤਾ ਕਰਨ ਵਾਸਤੇ ਜਾਂਦੇ ਸਨ। ਉਹ ਖੋਜ ਕੇ ਵਿਚਾਰ ਕੇ ਤੇ ਬਰਾਬਰ ਦਾ ਪਰਿਵਾਰ ਦੇ ਕੇ ਰਿਸ਼ਤਾ ਕਰ ਆਉਂਦੇ ਸਨ। ਤੇ ਫਿਰ ਉਸ ਰਿਸ਼ਤੇ ਨੂੰ ਮੋੜਿਆ ਨਹੀਂ ਜਾਂਦਾ ਸੀ। ਜੋ ਬ੍ਰਾਹਮਣ ਰਿਸ਼ਤਾ ਕਰ ਆਵੇ ਉਹ ਮੰਨਿਆ ਜਾਂਦਾ ਸੀ। ਉਹ ਲੱਭ ਕੇ ਇਸ ਤਰ੍ਹਾਂ ਕੁਝ ਲੋਕ ਹੁੰਦੇ ਸਨ ਜੋ ਰਿਸ਼ਤੇ ਕਰਾਉਂਦੇ ਸਨ, ਅੱਜ ਵੀ ਹੈਗੇ। ਵਿਚੋਲਾ ਬ੍ਰਾਹਮਣ ਸੀ, ਲੱਭਿਆ ਤੇ ਉਸ ਨੂੰ ਕਿਹਾ ਰਿਸ਼ਤਾ ਕਰਕੇ ਆਵੋ। ਕਰ ਸੁਭ ਬਲ ਥਲ ਮਮ ਸੁਤ ਸਗਾਈ। ਆਖਿਆ ਮੇਰੀ ਸੁਤਾ, ਮੇਰੀ ਪੁੱਤਰੀ ਦੀ ਚੰਗੇ ਥਾਂ, ਚੰਗੇ ਘਰ ਵਿੱਚ, ਚੰਗਾ ਸਾਡੇ ਵਾਂਗੂ ਵਸਦਾ ਰਸਦਾ ਪਰਿਵਾਰ ਹੋਵੇ ਤੇ ਉੱਤੇ ਸਗਾਈ ਕਰਕੇ ਆਓ। ਫਿਰਿਓ ਕਿ ਤਕ ਥਲ ਮਿਲਿਓ ਨਹਾਣੀ। ਉਹ ਜਿਹੜਾ ਵਿਚੋਲਾ ਸੀ ਰਿਸ਼ਤਾ ਲੈ ਕੇ ਗਿਆ, ਕਈ ਥਾਈਂ ਗਿਆ, ਕਈ ਨਗਰਾਂ ਵਿੱਚ ਗਿਆ, ਪਰ ਭਾਈ ਆਕਲ ਜੀ ਦੇ ਬਰਾਬਰ ਦਾ ਪਰਿਵਾਰ ਉਸ ਨੂੰ ਕੋਈ ਨਜ਼ਰ ਨਾ ਆਇਆ। ਖੋਜਤ ਆਇਓ ਪੁਰ ਤੁਕਲਾਣੀ। ਇਸ ਤਰ੍ਹਾਂ ਕਈ ਨਗਰ ਵਿੱਚ ਖੋਜ ਕੇ ਭਾਲ ਕਰਕੇ ਤੇ ਤੁਕਲਾਣੀ ਨਾਮ ਦੇ ਨਗਰ ਵਿੱਚ ਆਇਆ। ਜਤ ਘਰ ਤਿਖਾਣ ਕੇ ਗਇਓ। ਇਸ ਤਰ੍ਹਾਂ ਪੁੱਛਦੇ ਪਛਾਉਂਦੇ ਉਹ ਭਾਈ ਆਕਲ ਜੀ ਦੇ ਘਰ ਆ ਪਹੁੰਚਿਆ। ਸੋਤਾ ਮੈਨੀ ਕੇ ਪਿਖ ਲਿਓ। ਉਸਨੇ ਦੇਖਿਆ ਬਈ ਘਰ ਬਹੁਤ ਸੋਹਣਾ ਹੈ, ਲੋਕਾਂ ਦੀ ਆਮਦੋ ਰਫਤ ਵੀ ਹੈ, ਚੰਗਾ ਰੌਣਕ ਵਾਲਾ ਘਰ ਹੈ, ਸਰਦਾ ਪੁੱਜਦਾ ਹੈ, ਕਈ ਜੋੜੀਆਂ ਬੈਲ ਵੱਜੇ ਹੋਏ ਨੇ। ਇਹੀ ਤਰੀਕਾ ਸੀ ਦੇਖਣ ਦਾ।
ਘਰ ਸਾਜੋ ਸਮਾਨ ਹੈ, ਸੋਹਣਾ ਭੋਜਨ ਹੈ, ਸੋਹਣਾ ਬੋਲ ਚਾਲ ਹੈ, ਸਭ ਕੁਝ ਉਸ ਨੂੰ ਚੰਗਾ ਲੱਗਿਆ। ਕਹਿਓ ਸੰਬੰਧ ਕਰਨ ਕੋ ਜਾਬੈ, ਤੇ ਆਖਿਆ ਮੈਂ ਤਾਂ ਤੁਹਾਡੇ ਘਰ ਵਿੱਚ ਰਿਸ਼ਤਾ ਕਰਨ ਵਾਸਤੇ ਆਇਆ ਹਾਂ। ਸਾਦਾ ਨਾਮ ਸੁਖਾਤੀ ਤਬੈ, ਇਸ ਤਰ੍ਹਾਂ ਦੇ ਨਾਲ ਉਸ ਦਾ ਨਾਮ ਭਾਈ ਸਾਦਾ ਸੀ, ਜਿਹਦੇ ਘਰ ਵਿੱਚ ਇਹ ਰਿਸ਼ਤਾ ਕਰਨ ਵਾਸਤੇ ਬ੍ਰਾਹਮਣ ਆ ਪਹੁੰਚਿਆ ਤੇ ਰਿਸ਼ਤਾ ਲੈ ਕੇ ਆਖਿਆ ਮੈਂ ਤੁਹਾਡੇ ਘਰ ਵਿੱਚ ਰਿਸ਼ਤਾ ਕਰਨਾ ਚਾਹੁੰਦਾ ਹਾਂ। ਸਨਮਾਨਿਓ ਸੇਵਾ ਸਭ ਠਾਨੀ, ਤੇ ਭਾਈ ਸਾਦਾ ਜੀ ਨੇ ਬੜਾ ਸਨਮਾਨ ਕੀਤਾ, ਸੇਵਾ ਕੀਤੀ। ਇਸ ਤਰ੍ਹਾਂ ਹੁੰਦਾ ਸੀ ਬਈ ਕੋਈ ਆਵੇ ਰਿਸ਼ਤਾ ਲੈ ਕੇ ਤੇ ਬੜਾ ਮਾਣ ਸਨਮਾਨ, ਅੱਜ ਵੀ ਹੁੰਦਾ ਹੈ, ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ। ਨਿਸ ਬਸਾਏ ਕਰ ਗਾਥ ਤੇ ਬਖਾਨੀ, ਸਵੇਰ ਰਾਤ ਨੂੰ ਆਰਾਮ ਦਿੱਤਾ ਤੇ ਸਵੇਰੇ ਬੋਲ ਚਾਲ ਸਾਂਝਾ ਹੋਇਆ। ਭਲੋ ਮਹੂਰਤ ਤਵੈ ਸੁਧਾਏ, ਤੇ ਉਸ ਵੇਲੇ ਭਲਾ ਸਮਾਂ ਦੇਖ ਕੇ ਅਸੀਂ ਆਮ ਵੀ ਦੇਖਦੇ, ਅਸੀਂ ਹਰ ਰੋਜ਼ ਹੀ ਮਹੂਰਤ ਦੇਖਦੇ। ਤੇ ਮਹੂਰਤ ਦਾ ਮਤਲਬ ਇਹ ਨਹੀਂ ਹੈ ਬਈ ਕੋਈ ਬ੍ਰਾਹਮਣ ਆਵੇਗਾ, ਪੱਤਰਾ ਵਾਚੇਗਾ, ਫਿਰ ਗ੍ਰਹਿ ਦਸ਼ਾ ਦੱਸੇਗਾ। ਹਰ ਬੰਦਾ ਹੀ ਮਹੂਰਤ ਦੇਖਦਾ। ਅਸੀਂ ਵੀ ਇਹ ਦੇਖਦੇ ਹਾਂ ਬਈ ਅਸੀਂ ਜੇ ਟ੍ਰੇਨ ਫੜਨੀ ਹੈ ਤਾਂ ਕਿੰਨੇ ਵਜੇ ਫੜੀਏ, ਉੱਥੇ ਕਿੰਨੇ ਵਜੇ ਪਹੁੰਚੇਗੀ। ਕੋਸ਼ਿਸ਼ ਕਰਦੇ ਹਾਂ ਵੀ ਆਪਣਾ ਜਿਹੜਾ ਡੈਸਟੀਨੇਸ਼ਨ ਸਵੇਰੇ ਸਵੇਰੇ ਪਹੁੰਚੀਏ, ਜਾਂ ਸਫ਼ਰ ਜਿਹੜਾ ਜਲਦੀ ਮੁੱਕ ਜਾਵੇ। ਕਿਸੇ ਨੂੰ ਮਿਲਣਾ ਹੁੰਦਾ ਹੈ, ਕਿਸੇ ਅਫਸਰ ਨੂੰ, ਕਿਸੇ ਰਿਸ਼ਤੇਦਾਰ ਨੂੰ, ਤੇ ਸਮਾਂ ਤੈਅ ਕਰਦੇ ਹਾਂ ਵੀ ਇੰਨੇ ਵਜੇ ਮਿਲਾਂਗੇ, ਤੁਸੀਂ ਬਾਅਦ ਦੁਪਹਿਰ ਆ ਜਾਣਾ, ਤੁਸੀਂ ਸਵੇਰੇ ਅਰਲੀ ਮਾਰਨਿੰਗ ਆ ਜਾਣਾ, ਬਈ ਸਵਖਤੇ ਆ ਜਾਣਾ। ਹਰ ਬੰਦਾ ਮਹੂਰਤ ਦਾ ਮਤਲਬ ਸਮਾਂ ਹੀ ਹੈਗਾ। ਉਹ ਸਮਾਂ ਦੇਖ ਕੇ ਇਹਨਾਂ ਨੇ ਸਾਰੇ ਲਾਗੇ ਲਾਗੇ ਦੇ ਰਿਸ਼ਤੇਦਾਰ ਵਗੈਰਾ ਇਕੱਠੇ ਕੀਤੇ। ਇਸ ਕੋ ਸੁਤ ਸਾਧੂ ਬੈਠਾਏ, ਤੇ ਉਹਨਾਂ ਦੇ ਪੁੱਤਰ ਦਾ ਨਾਮ, ਸਾਦਾ ਜੀ ਦੇ ਨਾਮ ਪੁੱਤਰ ਦਾ ਨਾਮ ਭਾਈ ਸਾਧੂ ਸੀ। ਕਾਟ ਤਿਲਕ ਕੁਲ ਰੀਤ ਤੇ ਕਰਾਏ, ਜੋ ਉਹਨਾਂ ਦੀ ਕੁਲ ਰੀਤ ਸੀ ਉਸ ਅਨੁਸਾਰ ਮੱਥੇ ਤੇ ਤਿਲਕ ਲਗਾਇਆ ਗਿਆ। ਤੇ ਭਾਈ ਆਕਲ ਦੀ ਕੰਨਿਆ ਦਾ ਰਿਸ਼ਤਾ ਜਿਹੜਾ ਸੀ ਉਹ ਹੋ ਗਿਆ। ਨਿਆ ਕੁਲ ਕੋ ਆਨ ਸੁਨਾਈ, ਤੇ ਰਿਸ਼ਤਾ ਕਰਕੇ ਵਿਚੋਲੇ ਨੇ ਭਾਈ ਆਕਲ ਜੀਆਂ ਨੂੰ ਆ ਦੱਸਿਆ ਤੁਕਲਾਣੀ ਮੈਂ ਸੁਬਧਾਮ, ਬਈ ਨਗਰ ਤੁਕਲਾਣੀ ਵਿੱਚ ਬੜਾ ਸੋਹਣਾ ਵੱਡਾ ਘਰ ਹੈ। ਭਲੇ ਜਾਤ ਮੈਂ ਸਾਦਾ ਨਾਮ, ਆਪਣੇ ਪਰਿਵਾਰ ਵਿੱਚ ਸਭ ਤੋਂ ਚੰਗੇ ਨੇ ਤੇ ਨਾਮ ਭਾਈ ਸੱਦਾ ਹੈ। ਤਿਸ ਕੋ ਸੁਧ ਸਾਧੂ ਬੈਬਾਲਾ, ਤੇ ਭਾਈ ਸਾਦਾ ਜੀ ਦਾ ਪੁੱਤਰ ਸਾਧੂ ਹੈ, ਜਿਸ ਦੀ ਬਾਲ ਅਵਸਥਾ ਹੈ, ਬੱਚੀ ਨਾਲ ਮੇਲ ਖਾਂਦੀ ਹੈ। ਹਰਿਓ ਸੰਬੰਧ ਬਹੁ ਥਲ ਪਾਲਾ, ਸਾਰੇ ਥਾਵਾਂ ਤੇ ਭਾਲ ਕੇ ਮੈਨੂੰ ਸਭ ਤੋਂ ਚੰਗਾ ਘਰ ਇਹ ਲੱਗਿਆ ਹੈ। ਸੁਨਿਆ ਕੁਲ ਨੇ ਬੂਝਨ ਕਰਿਓ, ਤੇ ਸੁਣ ਕੇ ਭਾਈ ਆਕੁਲ ਬੜੇ ਖੁਸ਼ ਹੋਏ ਵੀ ਚੰਗਾ ਰਿਸ਼ਤਾ ਲੱਭ ਆਂਦਾ ਹੈ ਤੇ ਕਰ ਆਂਦਾ ਹੈ। ਤੇ ਨਾਲੇ ਇਹ ਵੀ ਪੁੱਛਿਆ ਗੁਰ ਕੋ ਸਿੱਖ ਕੇ ਨਹੀਂ ਨਿਹਾਰਿਓ, ਬਈ ਪੰਡਤ ਜੀ ਤੁਸਾਂ ਦੇਖਿਆ ਬਈ ਉਹ ਮਹਾਰਾਜ ਦਾ ਸਿੱਖ ਪਰਿਵਾਰ ਵੀ ਹੈ ਕਿ ਨਹੀਂ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਵੀ ਹੋਇਆ ਹੈ ਕਿ ਨਹੀਂ ਹੈ, ਕਿਸੇ ਹੋਰ ਨੂੰ ਤਾਂ ਨਹੀਂ ਮੰਨਦਾ। ਵਿਪਰ ਕਹੈ ਮੈਂ ਨਹੀਂ ਵਿਚਾਰਾ, ਤੇ ਵਿਚੋਲਾ ਬ੍ਰਾਹਮਣ ਕਹਿਣ ਲੱਗਾ ਜੀ ਇਹ ਤਾਂ ਮੈਂ ਵਿਚਾਰ ਨਹੀਂ ਕੀਤੀ ਤੇ ਨਾ ਮੇਰੇ ਮਨ ਵਿੱਚ ਆਈ ਹੈ, ਜੇ ਆਉਂਦੀ ਤਾਂ ਮੈਂ ਜ਼ਰੂਰ ਪੁੱਛਦਾ, ਪਰ ਘਰ ਬੜਾ ਵਧੀਆ, ਚੰਗੇ ਲੋਕ ਨੇ, ਚੰਗੇ ਸਰ ਦੇ ਪੁੱਜਦੇ ਹਨ। ਨੀ ਕੋ ਏਕ ਨਿਕੇਤ ਨਿਹਾਰਾ, ਮੈਂ ਜਿਤਨੀਆਂ ਜਗ੍ਹਾ ਗਿਆ ਸਭ ਤੋਂ ਵਧੀਆ ਮੈਨੂੰ ਬੋਲ ਚਾਲ ਉਹਨਾਂ ਦਾ ਲੱਗਿਆ, ਘਰ ਵਧੀਆ ਲੱਗਿਆ ਹੈ। ਪਛਤਾਇਓ ਬਸ ਚਲਿਓ ਨ ਫੇਰ, ਪਰ ਮੈਂ ਹੁਣ ਪਛਤਾ ਰਿਹਾ ਬਈ ਮੈਂ ਇਹ ਨਿਰਣਾ ਕਰ ਹੀ ਲੈਂਦਾ ਕਿ ਪਰਿਵਾਰ ਸਿੱਖ ਹੈ ਕਿ ਨਹੀਂ ਹੈ, ਗੁਰੂ ਨਾਨਕ ਦੀ ਸਿੱਖੀ ਨੂੰ ਮੰਨਦਾ ਕਿ ਨਹੀਂ ਮੰਨਦਾ। ਸਾਧ ਸੰਗਤ ਇਹ ਪਹਿਲੇ ਦੇਖ ਲੈਣਾ ਚਾਹੀਦਾ ਰਿਸ਼ਤਾ ਕਰਨ ਤੋਂ ਪਹਿਲੇ, ਭਾਵੇਂ ਬੱਚੀ ਦਾ ਹੋਵੇ ਬੱਚੇ ਦਾ ਹੋਵੇ, ਇਹ ਜ਼ਰੂਰ ਨਿਰਧਾਰਿਤ ਕਰ ਲਵੋ ਕਿ ਅਗਲਾ ਗੁਰੂ ਨਾਨਕ ਦਾ ਸਿੱਖ ਹੈ ਕਿ ਨਹੀਂ। ਕਿਉਂਕਿ ਜੇ ਗਲਤ ਜਗ੍ਹਾ ਸ਼ਰਾਬੀਆਂ ਵੱਲ ਰਿਸ਼ਤਾ ਹੋ ਗਿਆ ਫਿਰ ਸਾਰੀ ਜ਼ਿੰਦਗੀ ਦਾ ਰੋਣਾ ਅਸੀਂ ਬੱਚਿਆਂ ਦੀ ਝੋਲੀ ਆਪ ਹੀ ਪਾ ਦਿੱਤਾ। ਨਸ਼ੇ ਕਰਨ ਵਾਲਿਆਂ ਨਾਲ ਰਿਸ਼ਤਾ ਹੋ ਗਿਆ ਤੇ ਫਿਰ ਸਾਰੀ ਜ਼ਿੰਦਗੀ ਦੇ ਦੁੱਖ ਆਪ ਹੀ ਝੋਲੀ 'ਚ ਪਾ ਦਿੱਤੇ। ਪਹਿਲਾਂ ਅਸੀਂ ਬੱਚਿਆਂ ਨੂੰ ਪਾਲਦੇ ਹਾਂ, ਪੜ੍ਹਾਉਂਦੇ ਹਾਂ, ਯੋਗ ਬਣਾਉਂਦੇ ਹਾਂ,
ਤੇ ਫਿਰ ਮੈਂ ਅਰਜ਼ ਕਰਾਂ ਜੇ 20 ਸਾਲ 25 ਸਾਲ ਬੱਚਿਆਂ ਨੂੰ ਪੜ੍ਹਾਉਣ ਤੇ ਲਾਏ ਨੇ ਤੇ ਧਨ ਖਰਚਿਆ, ਚੰਗੀ ਪਰਵਰਿਸ਼ ਦਿੱਤੀ ਹੈ, ਚੰਗੇ ਸੰਸਕਾਰ ਦਿੱਤੇ ਨੇ, ਤੇ ਫਿਰ ਰਿਸ਼ਤਾ ਕਰਨ ਲੱਗਿਆ ਕਾਹਲੀ ਕਿਉਂ ਕਰਨੀ? ਥੋੜਾ ਜਿਹਾ ਦੇਖ ਕੇ ਪਰਖ ਕੇ ਇਹ ਗੱਲ ਮੇਕ ਸਿਓਰ ਹੋ ਜਾਏ ਕਿ ਉਸ ਘਰ ਵਿੱਚ ਸਿੱਖੀ ਹੈਗੀ ਹੈ। ਜੇ ਗੁਰੂ ਨਾਨਕ ਦੀ ਸਿੱਖੀ ਦੇ ਵਾਲੇ ਘਰ ਵਿੱਚ ਰਿਸ਼ਤਾ ਕਰੋਗੇ ਤੇ ਫਿਰ ਗੁਰੂ ਨਾਨਕ ਵਿੱਚ ਜਾਮਨ ਹੋਣਗੇ ਤੇ ਖੁਸ਼ੀਆਂ ਦੀ ਦਾਤ ਝੋਲੀ 'ਚ ਪਈ ਰਹੇ। ਇਸ ਲਈ ਹੋਰ ਕੁਝ ਨਹੀਂ ਕਰਨਾ, ਇਹ ਵਿਚਾਰ ਕਰਨਾ, ਨਸ਼ਿਆਂ ਵਾਲਾ ਘਰ ਨਾ ਹੋਵੇ, ਵਿਕਾਰੀ ਘਰ ਨਾ ਹੋਵੇ, ਹੰਕਾਰੀ ਪਰਿਵਾਰ ਨਾ ਹੋਵੇ, ਤੇ ਗੁਰੂ ਨਾਨਕ ਦੀ ਸਿੱਖੀ ਨਾਲ ਜੁੜਿਆ ਹੋਇਆ ਹੋਵੇ। ਇਸ ਤਰ੍ਹਾਂ ਭਾਈ ਆਕਲ ਵੀ ਤੇ ਬਿਪਰ ਵੀ ਪਛਤਾਤਾਪ ਕੀਤਾ ਵੀ ਇਹ ਕਿਉਂ ਨਹੀਂ ਪੁੱਛਿਆ। ਬੀਤੇ ਕਿਤਕ ਬਰਖ ਪੁਨ ਹੈਰ, ਇਸ ਤਰ੍ਹਾਂ ਫਿਰ ਕੁਝ ਸਾਲ ਰਿਸ਼ਤੇ ਹੋਇਆਂ ਨੂੰ ਲੰਘ ਗਏ ਹੋਰ ਕੋ ਰਹਿਓ ਆਰਾਧਤ ਸਦਾ। ਤੇ ਭਾਈ ਆਕਲ ਜੀ ਸਦਾ ਹੀ ਮਹਾਰਾਜ ਜੀ ਦੀ ਆਰਾਧਨਾ ਕਰਦੇ ਰਹੇ। ਸਿੱਖ ਦੀ ਆਰਾਧਨਾ ਸਾਧਨਾ ਇਹੀ ਹੈ, ਅੰਮ੍ਰਿਤ ਵੇਲੇ ਜਾਗਣਾ, ਜਾਪ ਕਰਨਾ, ਨਿਤਨੇਮ ਦੀਆਂ ਗੁਰੂ ਬਖਸ਼ੀਆਂ ਬਾਣੀਆਂ ਦਾ ਪਾਠ ਕਰਨਾ, ਸ਼ਾਮੀ ਰਹਿ ਰਾਸ ਤੇ ਸੋਹਲੇ ਦਾ ਪਾਠ ਕਰਨਾ। ਇਹ ਚੀਜ਼ ਹੈਗੀ ਹੈ ਜਿਹੜੀ ਸਾਡੀ ਜ਼ਿੰਦਗੀ ਨੂੰ ਬਰਕਤਾਂ ਨਾਲ ਭਰ ਦਿੰਦੀ, ਵਡਿਆਈਆਂ ਨਾਲ ਭਰ ਦਿੰਦੀ ਹੈ। ਜਿਨ੍ਹਾਂ ਕੋਲੋਂ ਹੁੰਦੀ ਹੈ ਉਹ ਸਦਾ ਨਿਵਾਜੇ ਰਹਿੰਦੇ ਹਨ। ਰਹੋ ਸਬੰਦੀ ਸਿੱਖ ਜਦ ਕਦਾ। ਔਰ ਫਿਰ ਮਹਾਰਾਜ ਜੀ ਦੇ ਘਰ ਵਿੱਚ ਅਰਦਾਸਾਂ ਵੀ ਕਰਦੇ ਨੇ ਵੀ ਸਾਰੇ ਸੰਬੰਧੀ ਜਿਵੇਂ ਕਿਵੇਂ ਸਿੱਖ ਹੋ ਜਾਣ, ਜਿੱਥੇ ਕਿੱਥੇ ਵੀ ਹੋਵਣ। ਜਿਮਿਆ ਕੁਲ ਚਿੰਤਾ ਬਸ ਹੋਵਾ। ਪਰ ਫਿਰ ਵੀ ਇਹ ਮਨ ਵਿੱਚ ਕਚੋਟਪਣਾ ਬਣਿਆ ਰਿਹਾ, ਮਨ ਨੂੰ ਇਹ ਭਾਵ ਕਚੋਟਦਾ ਰਿਹਾ ਬਈ ਅਗਲਾ ਪਰਿਵਾਰ ਸਿੱਖ ਹੈ ਕਿ ਨਹੀਂ ਹੈ। ਸਮੈ ਸੋ ਵਿਆਹ ਕਰਨ ਕੋ ਜੋਵਾ। ਫਿਰ ਇਸ ਤਰ੍ਹਾਂ ਵਿਆਹ ਦਾ ਸਮਾਂ ਆ ਗਿਆ। ਲਿਖ ਕਰ ਪਾਤੀ ਦਈ ਪਠਾਏ। ਔਰ ਲਿਖ ਕਰਕੇ ਪੱਤਰਕਾ ਭੇਜ ਦਿੱਤੀ, ਸਾਏ ਚਿੱਠੀ। ਵਿਖ ਸਾਦੇ ਆਨੰਦ ਉਪਜਾਏ। ਤੇ ਭਾਈ ਸਾਦਾ, ਭਾਈ ਸਾਧੂ ਦਾ ਪਿਤਾ ਬਹੁਤ ਖੁਸ਼ ਹੋਇਆ ਪੜ੍ਹ ਕੇ। ਸੇਵਕ ਸਰਵਰ ਕੋ ਨਿਤ ਸੋਈ। ਪਰ ਇਹ ਜਿਹੜਾ ਸਦਾ ਤੋਂ ਸਖੀ ਸਰਵਰ ਦਾ ਸੇਵਕ ਹੈਗਾ, ਇਹ ਸਖੀ ਸਰਵਰ ਨੂੰ ਲਾਲਾਂ ਵਾਲਾ, ਲਖ ਦਾਤਾ, ਕਈਆਂ ਨਾਵਾਂ ਨਾਲ ਲੋਕੀ ਜਾਣਦੇ ਬਈ ਉਹਦੀ ਸਿੱਖੀ ਇਹਨਾਂ ਦੇ ਘਰ ਹੈ। ਸਦਨ ਮੁਕਾਮ ਕਰਿਓ ਰਤ ਹੋਈ। ਤੇ ਉਹਦਾ ਮੁਕਾਮ ਇਹਨਾਂ ਨੇ ਆਪਣੇ ਘਰ ਵਿੱਚ ਮੱਟੀ ਜਿਹੀ ਬਣਾਈ ਹੋਈ ਹੈ, ਕਬਰ ਜਿਹੀ ਬਣਾਈ ਹੋਈ ਹੈ। ਸਾਧੂ ਸੁਤ ਕੋ ਮਾਥ ਟਿਕਾਵਾ। ਤੇ ਸਾਧੂ ਆਪਣੇ ਪੁੱਤਰ ਨੂੰ ਭਾਈ ਸਾਦਾ ਨੇ ਉੱਥੇ ਮੱਥਾ ਟਿਕਵਾਇਆ। ਕਰਿਓ ਰੋਏ ਸਭ ਰੀਤ ਮਨਾਵਾ। ਔਰ ਇਸ ਤਰ੍ਹਾਂ ਦੇ ਨਾਲ ਸਾਰੀ ਰੀਤ ਜਿਹੜੀ ਸੀ ਉਹ ਕੀਤੀ ਗਈ। ਵੱਡੇ ਗ੍ਰਹਿ ਬਿਆਹਨ ਪੁਨ ਗਏ। ਤੇ ਫਿਰ ਵੱਡੇ ਨਗਰ ਵਿੱਚ, ਵੱਡੇ ਘਰ ਵਿੱਚ, ਭਾਵ ਭਾਈ ਆਕਲ ਜੀ ਦੇ ਘਰ ਵਿੱਚ, ਜਿੱਥੇ ਗੁਰੂ ਰਾਮਦਾਸ ਜੀ ਦੀ ਨਿਵਾਜੀ ਹੋਈ ਸਿੱਖੀ ਦੀ ਬਰਕਤ ਹੈ, ਉੱਤੇ ਸਰਵਰੀਆ ਵਿਆਹੁਣ ਆ ਗਿਆ। ਜਾਏ ਟੁਕਾਉ ਪਲੀ ਬਿਦ ਕੀਓ। ਤੇ ਭਲੀ ਤਰ੍ਹਾਂ ਦੇ ਨਾਲ ਬਰਾਤ ਦਾ ਸਵਾਗਤ ਹੋਇਆ, ਸਨਮਾਨ ਹੋਇਆ, ਟੁਕਾਓ ਬਣਿਆ। ਆਕੁਲ ਸਾਦੇ ਮਿਲਨੀ ਕੀ। ਭਾਈ ਆਕਲ ਦੀ ਤੇ ਭਾਈ ਸਾਦੇ ਦੀ ਮਿਲਣੀ ਹੋਈ। ਜਥਾ ਸਕਤ ਦੇ ਕੀਰਤ ਲੀਨਾ। ਤੇ ਦੁਦਾ ਸਕਤ ਦੋਹਾਂ ਪਾਸਿਆਂ ਤੋਂ ਮਾਣ ਸਨਮਾਨ ਹੋਇਆ ਤੇ ਬੜਾ ਜਸ ਹੋਇਆ। ਸਾਧੂ ਕੋ ਦੀਨੇ ਤਬ ਫੇਰੇ। ਇਸ ਤਰ੍ਹਾਂ ਭਾਈ ਆਕਲ ਜੀ ਨੇ ਆਪਣੀ ਬੱਚੀ ਦੇ ਫੇਰੇ ਸਾਧੂ ਜੀ ਦੇ ਨਾਲ ਕਰ ਦਿੱਤੇ। ਸਥਾ ਜੋਗ ਕਰ ਰੀਤ ਭਲੇ ਰੇ। ਜੋ ਉਸ ਵੇਲੇ ਪੁਰਾਤਨ ਰਸਮ ਚੱਲੀ ਆਉਂਦੀ ਸੀ, ਇਹਨਾਂ ਨੇ ਤਾਂ ਗੁਰਸਿੱਖੀ ਮੁਤਾਬਕ ਕੀਤੀ, ਉਹ ਭਲੀ ਤਰ੍ਹਾਂ ਕਰਕੇ ਖਾਨ ਪਾਨ ਦੇ ਕਰ ਸਨਮਾਨ। ਤੇ ਸਾਰੀ ਬਰਾਤ ਨੂੰ ਭੋਜਨ ਕਰਾਇਆ ਗਿਆ, ਸਨਮਾਨ ਕੀਤਾ ਗਿਆ। 3 ਦਿਵਸ ਰਾਖੇ ਸੁਖ ਠਾਨੇ। ਤੇ ਬਹੁਤ ਸੁਖ ਦੇ ਪ੍ਰਬੰਧ ਕਰਦਿਆਂ ਹੋਇਆਂ ਬਰਾਤ ਨੂੰ 3 ਦਿਨ ਰੱਖਿਆ ਗਿਆ। ਉਹਨੇ ਆਕੁਲ ਨੇ ਭਲੇ ਪਛਾਨੇ। ਤੇ ਫਿਰ ਚੰਗੀ ਤਰ੍ਹਾਂ ਵਿਚਰਦਿਆਂ ਹੋਇਆਂ ਭਾਈ ਆਕੁਲ ਜੀ ਨੂੰ ਇਹ ਪਤਾ ਚੱਲ ਗਿਆ ਕਿ ਇਹ ਸਰਵਰ ਕੀ ਸੇਵਾ ਠਾਨੇ। ਇਹਨਾਂ ਨਾਲ ਸਾਡਾ ਰਿਸ਼ਤਾ ਜੁੜਿਆ ਹੈ, ਇਹ ਸਖੀ ਸਰਵਰ ਦੇ ਚੇਲੇ ਹਨ। ਲੋਕ ਜਾਤ ਕੇ ਪਿਖ ਸਮੁੰਦਾਏ। ਪਰ ਉਸ ਵੇਲੇ ਸਾਰੇ ਆਪਣੇ ਬਿਰਾਦਰੀ ਦੇ ਰਿਸ਼ਤੇਦਾਰ ਆਦਿਕ ਆਏ ਹੋਏ ਸਨ, ਬਹੁਤ ਸਾਰੇ। ਨਹਿ
ਬੋਲਿਓ ਮਨ ਬਹੁ ਕੁਝ ਪਛਤਾਏ। ਬੋਲੇ ਨਾ ਪਰ ਮਨ ਵਿੱਚ ਬੜਾ ਪਛਤਾਏ, ਬੜਾ ਰੋਏ ਵੀ ਹੇ ਗੁਰੂ ਪਾਤਸ਼ਾਹ, ਇਹ ਮੇਰੇ ਕੋਲੋਂ ਕੀ ਹੋ ਗਿਆ। ਮੈਂ ਗੈਰ ਸਿੱਖਾਂ ਦੇ ਸਖੀ ਸਰਵਰੀਏ ਦੇ ਘਰ ਰਿਸ਼ਤਾ ਕਰ ਬੈਠਾ ਹਾਂ। ਆਪਣੇ ਸੁਤ ਸੋ ਸਕਲ ਤੇ ਬਖਾਰੀ। ਆਪਣੇ ਪਰਿਵਾਰ ਨਾਲ, ਬੱਚਿਆਂ ਨਾਲ ਇਹ ਸਾਰੀ ਗੱਲ ਸਾਂਝੀ ਕੀਤੀ। ਤੁਮ ਸਸੁਰਾਰੇ ਹੈ ਤੇ ਸੁਲਤਾਨੀ। ਆਪਣੀ ਬੱਚੀ ਨੂੰ ਵੀ ਇਹ ਕਿਹਾ ਬਈ ਤੇਰੇ ਸਹੁਰੇ ਜਿਹੜੇ ਨੇ ਉਹ ਸੁਲਤਾਨੀਏ ਨੇ। ਸਖੀ ਸਰਵਰ ਨੂੰ ਇੱਕ ਮੁਸਲਮਾਨ ਫਕੀਰ ਸੀ, ਉਹਨੂੰ ਮੰਨਣ ਵਾਲੇ ਹਨ। ਐਨੈ ਮਾਨੋ ਕਹਿ ਕਦਾਈ। ਪਰ ਮੇਰੀ ਪੁੱਤਰੀ, ਮੈਂ ਰਿਸ਼ਤਾ ਤੇ ਕਰ ਬੈਠਾ ਹਾਂ, ਸਤਿਗੁਰੂ ਜੀ ਦੀ ਆਗਿਆ ਹੈ ਬਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅੱਜ ਸਾਨੂੰ ਆਗਿਆ ਇਹ ਹੈਗੀ, ਹੋਰ ਕਿਸੇ ਮੜੀ ਮਸਾਣ ਤੇ ਮੱਥੇ ਨਹੀਂ ਟੇਕਣੇ, ਕਿਸੇ ਤੰਤਰੀ ਮੰਤਰੀ ਜੰਤਰੀ ਨੂੰ ਨਹੀਂ ਮਿਲਣਾ, ਤੇ ਨਾ ਜੋਤਸ਼ੀਆਂ ਦੇ ਚੱਕਰ ਵਿੱਚ ਪੈਣਾ ਹੈ। ਆਖਿਆ ਪੁੱਤਰ, ਸਿੱਖੀ ਦੀ ਪਾਲਣਾ ਕਰਨਾ ਤੇ ਗੁਰੂ ਘਰ ਨੂੰ ਨਾ ਛੱਡਣਾ। ਸਤਿਗੁਰ ਕੋ ਮਾਨੋ ਮਨ ਲਾਈ। ਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਨੂੰ ਮੰਨਦੇ ਰਹਿਣਾ, ਮਨ ਉੱਥੇ ਲਾਈ ਰੱਖਣਾ ਹੈ। ਇਸ ਤਰ੍ਹਾਂ ਦੇ ਨਾਲ ਆਖਿਆ ਭਈ ਦੁਖਦ ਬਉਆ ਕੁਲ ਤਨੀਆ। ਤੇ ਇਹਨਾਂ ਦਾ ਨਾਮ ਬੀਬੀ ਸੂਰਤੀ ਸੀ, ਆ ਬਾਬਾ ਅਕੁਲ ਜੀ ਦੀ ਸੁਪੁੱਤਰੀ। ਬਹੁਤ ਮਨ ਵਿੱਚ ਪਰੇਸ਼ਾਨ ਹੋਏ ਵੀ ਇਹ ਕੀ ਬਣਿਆ ਹੈ। ਜੈ ਬਿਸੂਰਤ ਸਿਰ ਕੋ ਧੁਨੀਆ। ਤੇ ਬਹੁਤ ਪਛਤਾਤਾਪ ਕੀਤਾ ਤੇ ਬਹੁਤ ਹੈਰਾਨ ਹੋਏ ਤੇ ਮਨ ਵਿੱਚ ਕੁੰਠਿਤ ਹੋਏ। ਨਹਿ ਬਸ ਚਲੇ ਸਯੋ ਦੁਖੁਰੇ। ਪਰ ਹੁਣ ਰਿਸ਼ਤਾ ਹੋ ਗਿਆ ਹੈ, ਹੁਣ ਵਸ ਨਹੀਂ ਚੱਲਦਾ, ਰਿਸ਼ਤਾ ਤੋੜਨਾ ਵੀ ਨਹੀਂ ਹੈ, ਪਰ ਮਨ ਵਿੱਚ ਦੁੱਖ ਸਹਿ ਰਹੇ ਹਨ। ਮੈਂ ਸਿੱਖ ਸੁਤਾ ਸਰਵਰ ਕਰ ਮੈਂ ਸਿੱਖ ਦੀ ਪੁੱਤਰੀ ਤੇ ਸਰਵਰੀਆਂ ਦੇ ਘਰ ਵਿੱਚ ਜਾ ਰਹੀ ਹਾਂ। ਇਸ ਤਰ੍ਹਾਂ ਮਨ ਵਿੱਚ ਬੜਾ ਪਛਤਾਤਾਪ ਕੀਤਾ। ਮੈਂ ਪ੍ਰਥਮ ਵਿੱਚ ਕਿਹਾ ਸੀ ਗੁਰੂ ਬਾਂਹ ਫੜਦਾ ਹੈ, ਗੁਰੂ ਰਾਖੀ ਕਰਦਾ ਹੈ, ਗੁਰੂ ਆਪ ਪਹੁੰਚ ਜਾਂਦਾ ਹੈ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਕੱਲ ਆਪ ਸਰਵਣ ਕਰੋਗੇ ਕਿ ਭਾਈ ਆਕੁਲ ਜੀ ਦੀ ਕੰਨਿਆ ਦੀ ਰਾਖੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਵੇਂ ਕੀਤੀ, ਕਿਵੇਂ ਬਰਕਤਾਂ ਵਰਤੀਆਂ ਨੇ। ਉਹਨਾਂ ਦਾ ਪਰਿਵਾਰ ਅੱਜ ਵੀ ਭਾਈ ਰੂਪ ਚੰਦ ਜੀ ਦਾ ਸਾਰਾ ਪਰਿਵਾਰ ਭਾਈ ਰੂਪੇ ਮੌਜੂਦ ਹੈ। ਪਿਛਲੇ ਸਮੇਂ ਗੁਰਪੁਰਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਸਤਿਗੁਰੂ ਜੀ ਦੀਆਂ ਨਿਸ਼ਾਨੀਆਂ ਲੈ ਕੇ ਵੀ ਆਏ ਸਨ। ਸ਼੍ਰੀ ਮਾਤ ਗੁਜਰੀ ਸਾਹਿਬਾ ਜੀ ਦੀਆਂ ਖੜਾਵਾਂ ਉਹਨਾਂ ਤੁਹਾਨੂੰ ਦਰਸ਼ਨ ਕਰਵਾਏ ਸਨ। ਉਹ ਪਰਿਵਾਰ ਅੱਜ ਕੱਲ੍ਹ ਭਾਈ ਰੂਪੇ ਵਿਖੇ ਮੌਜੂਦ ਹੈ, ਜੁੜਿਆ ਹੋਇਆ ਪਰਿਵਾਰ ਹੈ। ਉਹਨਾਂ ਨੂੰ ਸਾਰੇ ਅੱਜ ਕੱਲ੍ਹ ਲੰਗਰਾਂ ਵਾਲੇ ਕਹਿੰਦੇ ਨੇ। ਬਹੁਤ ਵੱਡੀਆਂ ਜਾਗੀਰਾਂ ਦੇ ਮਾਲਕ ਹਨ। ਹੋਲੇ ਮਹੱਲੇ ਤੇ ਸ੍ਰੀ ਕੇਸਗੜ੍ਹ ਸਾਹਿਬ ਮੇਨ ਪ੍ਰਮੁੱਖ ਲੰਗਰ ਉਹਨਾਂ ਦੇ ਚੱਲਦੇ ਨੇ। ਜਗ੍ਹਾ ਜਗ੍ਹਾ ਉਹ ਲੰਗਰਾਂ ਵਿੱਚ ਪਹੁੰਚ ਕੇ ਸੇਵਾ ਕਰਦੇ ਹਨ। ਪਰ ਇਹ ਸਾਰੀ ਵਿਆਖਿਆ ਹੁਣ ਆਪ ਕੱਲ ਸਰਵਣ ਕਰੋਗੇ। ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਸਤਿਗੁਰੂ ਦੀਆਂ ਨਿਵਾਜੀਆਂ ਹੋਈਆਂ ਸੰਗਤਾਂ ਮਹਾਰਾਜ ਜੀ ਦੇ ਚਰਨ ਕਮਲਾਂ 'ਚ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਜੀ ਦੇ ਨਿਵਾਜੇ ਹੋਏ ਪ੍ਰਬੰਧਕ ਸਾਹਿਬਾਨ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਜਨਰਲ ਸਕੱਤਰ ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਵਾਲੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣੇ ਹੀ ਆ ਪਿਛਲੀ 25 ਤਾਰੀਖ ਨੂੰ ਜਨਰਲ ਸਕੱਤਰ ਦੀ ਬਹੁਤ ਜ਼ਿੰਮੇਵਾਰੀ ਵਾਲੀ ਪਦਵੀ ਦੇ ਕੇ ਨਿਵਾਜਿਆ ਹੈ। ਸਰਦਾਰ ਹਰਬੰਸ ਸਿੰਘ ਜੀ ਖਨੂਜਾ ਬਹੁਤ ਨਿਰਮਾਣ ਹਿਰਦਾ ਹੈ। ਮਹਾਰਾਜ ਨੇ ਉਹਨਾਂ ਨੂੰ ਸਕੱਤਰ ਦੀ ਸੇਵਾ ਦੇ ਕੇ ਨਿਵਾਜਿਆ ਹੈ। ਇਸੇ ਤਰ੍ਹਾਂ ਭਾਈ ਜਸਪਾਲ ਸਿੰਘ ਜੀ, ਅਸੀਂ ਭੁੱਲ ਜਾਂਦੇ ਹਾਂ ਬਹੁਤ ਵੱਡੇ ਕੀਰਤਨੀਏ ਹੋਏ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ। ਸਾਰੀ ਜ਼ਿੰਦਗੀ ਤਖਤ ਸ੍ਰੀ ਹਰਿਮੰਦਰ ਦੀ ਪਟਨਾ ਸਾਹਿਬ ਦੀ ਸੇਵਾ ਉਹ ਕਰਦੇ ਰਹੇ। ਮੈਂ ਉਹਨਾਂ ਨੂੰ ਅੱਖੀਂ ਦੇਖਿਆ ਹੈ। ਸਾਰਾ ਜੀਵਨ ਜੋ ਕੀਰਤਨ ਭੇਟਾ ਮਾਇਆ ਆਉਂਦੀ ਰਹੀ ਉਹ ਲਿਆ ਕੇ ਤਖਤ ਸਾਹਿਬ ਭੇਟਾ ਕਰਦੇ ਰਹੇ। ਉਹਨਾਂ ਦੇ ਪ੍ਰਾਣ ਵੀ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰਦਿਆਂ ਹੀ ਨਿਕਲੇ ਸਨ। ਅਜਮੇਰ ਸ਼ਰੀਫ ਵਿੱਚ ਮੈਂ ਉਸ ਵੇਲੇ ਮੌਜੂਦ ਸੀ ਜਦ ਉਹਨਾਂ ਨੇ ਆਪਣਾ ਸਰੀਰ ਕੀਰਤਨ ਕਰਦਿਆਂ ਛੱਡਿਆ। ਉਸ ਵੇਲੇ ਸ਼ਬਦ ਇਹ ਪੜ੍ਹ ਰਹੇ ਸਨ, ਪੀ ਅੰਮ੍ਰਿਤ ਆਘਾਨਿਆ ਗੁਰ ਅਮਰ ਕਰਾਇਆ। ਉਹਨਾਂ ਦੇ ਸਪੁੱਤਰ ਭਾਈ ਜਸਪਾਲ ਸਿੰਘ ਜੀ, ਭਾਈ ਮਨੋਹਰ ਸਿੰਘ ਜੀ ਬੱਗਾ, ਜਿਨ੍ਹਾਂ ਨੂੰ ਮਹਾਰਾਜ ਨੇ ਲੰਗਰਾਂ ਦੀ ਸੇਵਾ ਦੇ ਕੇ ਨਿਵਾਜਿਆ ਹੋਇਆ। ਇਸੇ ਤਰ੍ਹਾਂ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਡਾਕਟਰ ਰਣਜੀਤ ਸਿੰਘ ਜੀ ਗਾਂਧੀ, ਉਹਨਾਂ ਦੇ ਸਪੁੱਤਰ ਭਾਈ ਕਵਲਜੀਤ ਸਿੰਘ ਜੀ ਡਾਕਟਰ ਸਾਹਿਬ, ਉਹ ਵੀ
ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਭਾਈ ਮੇਜਰ ਸਿੰਘ ਜੀ ਚਾਵਲਾ, ਇਹ ਸਾਰੇ ਵੱਧ ਚੜ੍ਹ ਕੇ ਗੁਰੂ ਸਾਹਿਬ ਦੇ ਘਰ ਦੀ ਸੇਵਾ ਕਰਨ ਵਾਲੇ ਨੇ। ਬਹੁਤ ਹੀ ਨਾਮ ਰਸਕ ਹਿਰਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰ ਰਹੇ ਨੇ। ਇਸ ਤਰ੍ਹਾਂ ਦੂਰ ਦਰਾਜ਼ ਤੋਂ ਸੰਗਤਾਂ ਗੁਰੂ ਪਾਤਸ਼ਾਹ ਦੇ ਘਰ ਵਿੱਚ ਆਪਣਾ ਨਤਮਸਤਕ ਹੁੰਦਿਆਂ ਹੋਇਆਂ ਆਪਣਾ ਅਹੋ ਭਾਵ ਮਹਾਰਾਜ ਜੀ ਦੇ ਚਰਨਾਂ 'ਚ ਰੱਖਣ ਲਈ ਪਹੁੰਚੇ ਹੋਏ ਨੇ। ਸਤਿਗੁਰੂ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ, ਬਖਸ਼ਿਸ਼ਾਂ ਨਾਲ ਨਿਵਾਜਣ। ਭਾਈ ਜਗਜੋਤ ਸਿੰਘ ਜੀ ਸੋਹੀ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ੀ ਹੈ। ਭਾਈ ਲਖਵਿੰਦਰ ਸਿੰਘ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਘਰ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਵੀ ਥਾਪਿਆ ਅਤੇ ਮੀਤ ਪ੍ਰਧਾਨ ਦੀ ਸੇਵਾ ਵੀ ਨਾਲ ਬਖਸ਼ੀ ਹੈ। ਇਹ ਸਾਰੀਆਂ ਗੁਰੂ ਨਿਵਾਜੀਆਂ ਸ਼ਖਸੀਅਤਾਂ ਹਨ। ਇੱਥੇ ਕੋਈ ਸੇਵਾ ਬੰਦਾ ਨਹੀਂ ਕੋਈ ਕਿਸੇ ਨੂੰ ਦਿੰਦਾ, ਬੰਦੇ ਵਿਘਨ ਪਾ ਸਕਦੇ। ਸੱਚਖੰਡ ਵਾਸੀ ਸਰਦਾਰ ਤਲੋਚਨ ਸਿੰਘ ਜੀ ਸਾਰੀ ਜ਼ਿੰਦਗੀ ਉਹ ਬਤੌਰ ਮੈਂਬਰ ਮਹਾਰਾਜ ਦੀ ਸੇਵਾ ਕਰਦੇ ਰਹੇ। ਉਹਨਾਂ ਦੇ ਹੋਣਹਾਰ ਬਰਖੁਰਦਾਰ ਗੁਰਵਿੰਦਰ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਘਰ ਦੇ ਮੈਂਬਰ ਹੋਣ ਦਾ ਮਾਣ ਦੇ ਕੇ ਨਿਵਾਜਿਆ ਹੋਇਆ ਹੈ। ਗੁਰੂ ਸਾਹਿਬ ਸਦਾ ਹੀ ਮਿਹਰਾਂ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਕਰਾ ਲੈਣ। ਸੇਵਾ ਸਨਮਾਨ ਗੁਰੂ ਆਪ ਦਿੰਦਾ ਹੈ ਅਤੇ ਆਪ ਹੀ ਬਖਸ਼ਦਾ ਹੈ। ਸਤਿਗੁਰੂ ਪਾਤਸ਼ਾਹ ਆਪ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਨਿਵਾਜਣ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਭ ਦੀਆਂ ਝੋਲੀਆਂ ਬਰਕਤਾਂ ਨਾਲ ਭਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਰਲ ਕੇ 2 ਮਿੰਟ ਲਈ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ ਅਤੇ ਫਿਰ ਅਰਦਾਸ ਅਤੇ ਖਿਮਾ ਪ੍ਰਾਰਥੀ ਹੋਵਾਂਗੇ। ਜਾਪ ਸਾਰਿਆਂ ਨੇ ਕਰਨਾ, ਭਾਵੇਂ ਇੱਥੇ ਮਹਾਰਾਜ ਜੀ ਦੇ ਘਰ ਵਿੱਚ ਜਾਂ ਮਹਾਰਾਜ ਜੀ ਵੱਲੋਂ ਬਖਸ਼ੇ ਆਪਣੇ ਘਰ ਵਿੱਚ ਦੁਨੀਆ ਜਿੱਥੇ ਵੀ ਬੈਠੇ ਹੋ। ਆਓ 2 ਮਿੰਟ ਸਾਰੇ ਮਿਲ ਕੇ ਜਾਪ ਕਰੀਏ। ਵਾਹਿਗੁਰੂ 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 ਸਾਰੇ ਜਪੋ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।